ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੁ ਤਰਾ ਤਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀ। ਬੰਦੋਂ ਵਾਰ ਵਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦਾਂ ਕਰ ਅਨਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਦਾਤੂ ਸੁਤ ਕੋ ਨਿਹਾਰੇ ਕੋ ਕਰਕੇ ਸਮਝਾਇਓ ਬਹੁ ਨੀਰੀ ਤੋ ਚਰਕੈ। ਕਰਨੀ ਤੋ ਆਪਣੇ ਅਨੁਸਾਰ ਸੁੰਦਰ ਪਰਮਾਨੰਦ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਦਾਨ ਜੁਗੁ ਜੁਗ ਅਟਲ। 10 ਗੁਰੂ ਸਾਹਿਬਾਨ ਦੇ ਆਤਮਿਕ ਸਵਰੂਪ
ਗਿਆਨ ਦੇ ਮੁਜੱਸਮੇ ਕਲਯੁਗੀ ਜੀਵਨ ਤਾਰਨ ਹਾਰੇ ਜਗਤ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤਿੰਨਾਂ ਦੀ ਪਵਿੱਤਰ ਮੁਕੱਦਸ ਹਜ਼ੂਰੀ ਅੰਦਰ ਆਪ ਸਮੂਹ ਸੰਗਤ ਸੰਧਿਆ ਦੇ ਵੇਲੇ ਨੂੰ ਮੁੱਖ ਰੱਖਦਿਆਂ ਹੋਇਆਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਸਾਏ ਹੋਏ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ ਹੋ, ਸੇਵਾਵਾਂ ਕਰ ਰਹੇ ਹੋ, ਯਾਤਰਾ ਕਰ ਰਹੇ ਹੋ। ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਅਰਦਾਸ ਪ੍ਰਵਾਨ ਕਰ। ਆਓ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਸਭ ਤੋਂ ਪਹਿਲਾਂ ਅਸੀਂ ਲੜੀਵਾਰ ਕਥਾ ਵਿਚਾਰ ਗੁਰ ਇਤਿਹਾਸ ਦੀ ਸਰਵਣ ਕਰਦੇ ਹਾਂ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਚੱਲ ਰਿਹਾ ਹੈ। ਸਤਿਗੁਰੂ ਜੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਬਿਰਾਜਮਾਨ ਹਨ ਔਰ ਇੱਥੇ ਸਤਿਗੁਰਾਂ ਦਾ ਲਖਤੇ ਜਿਗਰ ਵੱਡਾ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਜੀ, ਜਿਨ੍ਹਾਂ ਦਾ ਸਿੱਖ ਧਰਮ ਦੇ ਵਿੱਚ ਬਹੁਤ ਵੱਡਾ ਮਾਣ ਸਨਮਾਨ ਸੀਗਾ, ਉਹ ਚੱਲ ਵਸੇ ਹਨ ਔਰ ਉਹਨਾਂ ਦੇ ਅੰਤਮ ਸਮੇਂ ਬੇਅੰਤ ਸੰਗਤ ਦੂਰ ਨੇੜੇ ਤੋਂ ਚੱਲ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚ ਰਹੀ ਹੈ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਬਿਰਾਜੇ ਹੋਏ ਹਨ ਔਰ ਉਹਨਾਂ ਦੇ ਵੱਡੇ ਪੁੱਤਰ ਦੇ ਅੰਤ ਵੇਲੇ ਬੇਅੰਤ ਸਿੱਖ ਇਕੱਠੇ ਹੋ ਰਹੇ ਹਨ ਤੇ ਬਾਬਾ ਗੁਰਦਿੱਤਾ ਜੀ ਦਾ ਜਿਹੜਾ ਵੱਡਾ ਸਪੁੱਤਰ ਬਾਬਾ ਧੀਰਮਲ ਹੈ, ਇਹ ਗੁਰੂ ਘਰ ਦੇ ਨਾਲ ਈਰਖਾ ਕਰਦਾ ਹੈ, ਆਪਣੇ ਸੁਭਾਅ ਦੇ ਮੁਤਾਬਕ ਚੱਲਦਾ ਹੈ। ਮਨ ਦੇ ਵਿੱਚ ਲਾਲਚੀ ਬਿਰਤੀ ਹੈ, ਲਾਲਚੀ ਸੋਚ ਹੈ ਔਰ ਆਪਣੇ ਮਨ ਦੇ ਪਿੱਛੇ ਲੱਗਦਾ, ਜੋ ਮਨ ਦੇ ਵਿੱਚ ਆਉਂਦਾ ਹੈ ਉਸੇ ਤਰ੍ਹਾਂ ਕਰਦਾ ਹੈ। ਸਤਿਗੁਰਾਂ ਨੇ ਹੁਕਮ ਵੀ ਕੀਤਾ ਹੈ, ਬਾਬਾ ਗੁਰਦਿੱਤਾ ਚੱਲ ਆਓ, ਬਾਬਾ ਧੀਰਮਲ ਨੂੰ ਬੇਨਤੀ ਕਰੋ ਕਿ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਚੱਲੀਏ। ਉਦੋਂ ਵੀ ਨਹੀਂ ਗਿਆ ਔਰ ਅੰਮ੍ਰਿਤ ਗੁਰਬਾਣੀ ਦਾ ਗ੍ਰੰਥ ਵੀ ਪਹਿਲਾਂ ਨਹੀਂ ਦਿੱਤਾ ਸੀਗਾ ਔਰ ਆਪਣੇ ਆਪ ਨੂੰ ਸੰਗਤਾਂ ਦੇ ਵਿੱਚ ਗੁਰੂ ਦੀ ਤਰ੍ਹਾਂ ਦਿਖਾਉਣਾ ਚਾਹੁੰਦਾ ਹੈ। ਸਤਿਗੁਰੂ ਜੀ ਜਾਣ ਗਏ ਔਰ ਹੁਣ ਇਹਨੇ ਗੁਰੂ ਘਰ ਦੇ ਨਾਲੋਂ ਇੱਕ ਪਾਸਾ ਕਰਦਿਆਂ ਹੋਇਆਂ ਬਾਦਸ਼ਾਹ ਦੇ ਨਾਲ ਸੰਧੀ ਕਰ ਲਈ ਹੈ, ਬਾਦਸ਼ਾਹ ਨਾਲ ਸੁਲ੍ਹਾ ਕਰ ਲਈ ਹੈ ਧੀਰਮਲ ਨੇ। ਔਰ ਜਦੋਂ ਜੰਗ ਯੁੱਧ ਹੋ ਰਹੇ ਸਨ, ਉਦੋਂ ਵੀ ਚਿੱਠੀ ਲਿਖ ਕੇ ਕਹਿ ਦਿੱਤਾ ਸੀ ਬਾਦਸ਼ਾਹ ਨੂੰ ਕਿ ਮੈਂ ਤਾਂ ਵੱਖਰਾ ਰਹਿੰਦਾ ਹਾਂ ਆਪਣੇ ਸੁਭਾਅ ਦੇ ਮੁਤਾਬਕ, ਮੇਰਾ ਜੰਗਾਂ ਯੁੱਧਾਂ ਨਾਲ ਕੋਈ ਸੰਬੰਧ ਨਹੀਂ ਹੈ, ਮੈਂ ਇਸ ਪੱਖ ਦੇ ਵਿੱਚ ਸਹਿਮਤ ਨਹੀਂ ਹਾਂ। ਇਹ ਬਾਦਸ਼ਾਹ, ਮੈਂ ਤੁਹਾਡੇ ਮੁਤਾਬਕ ਚੱਲਾਂਗਾ। ਇਹ ਆਪਣੇ ਸੁਭਾਅ ਦੇ ਮੁਤਾਬਕ ਰਹਿ ਰਿਹਾ ਹੈ ਔਰ ਮਨ ਦੇ ਵਿੱਚ ਇੱਛਾ ਵੀ ਰੱਖਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੁਰਤਾ ਗੱਦੀ ਮੇਰੇ ਹੱਥ ਦੇ ਵਿੱਚ ਆਏਗੀ, ਮੈਂ ਗੁਰੂ ਬਣਾਂਗਾ, ਯਤਨ ਕਰ ਰਿਹਾ ਹੈ। ਔਰ ਇੱਧਰ ਬਾਬਾ ਗੁਰਦਿੱਤਾ ਜੀ ਦਾ ਅੰਤ ਵੇਲਾ ਹੈ, ਬੇਅੰਤ ਸੰਗਤ ਪਹੁੰਚ ਰਹੀ ਹੈ ਔਰ ਬਾਬਾ ਧੀਰਮਲ ਨੂੰ ਸੁਨੇਹਾ ਵੀ ਪਹੁੰਚਿਆ ਹੈ, ਮਾਤਾ ਨੇ ਵੀ ਸਮਝਾਇਆ ਹੈ, ਇਹ ਬੱਚੇ ਦੇਖ ਪਿਤਾ ਹੈ ਤੇ ਵੱਡਾ ਤੂੰ ਪੁੱਤਰ ਹੈ ਤੇ ਪਿਤਾ ਦਾ ਅੰਤ ਵੇਲਾ ਹੈ, ਤੇਰਾ ਜਾਣਾ ਬਣਦਾ ਹੈ। ਪਰ ਧੀਰਮਲ ਸੋਚਦਾ ਹੈ, ਇੱਕ ਪਾਸੇ ਮੈਂ ਬਾਦਸ਼ਾਹ ਦੇ ਨਾਲ ਸੰਧੀ ਕੀਤੀ ਹੈ ਤੇ ਬਾਦਸ਼ਾਹ ਨੂੰ ਕਿਹਾ ਹੈ ਕਿ ਮੇਰੀ ਪਿਤਾ ਦੇ ਨਾਲ ਤੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਜੰਗਾਂ ਯੁੱਧਾਂ ਦੇ ਵਿੱਚ ਕੋਈ ਸਹਿਮਤੀ ਨਹੀਂ ਹੈ। ਅੱਜ ਜੇ ਮੈਂ ਉੱਥੇ ਜਾਵਾਂਗਾ ਤੇ ਬਾਦਸ਼ਾਹ ਦੇ ਵੱਲੋਂ ਮੇਰੀ ਰਹਿ ਨਹੀਂ ਆਏਗੀ, ਬਾਦਸ਼ਾਹ ਮੇਰੇ 'ਤੇ ਗੁੱਸਾ ਕਰੇਗਾ, ਨਾਰਾਜ਼ ਹੋਏਗਾ। ਇਸ ਕਰਕੇ ਧੀਰਮਲ ਜਿੱਥੇ ਆਪ ਨਹੀਂ ਪਿਤਾ ਦੇ ਅੰਤ ਵੇਲੇ ਪਹੁੰਚਿਆ, ਉੱਥੇ ਧੀਰਮਲ ਜਿਹੜੀ ਸੰਗਤ ਜਾ ਰਹੀ ਹੈ ਜਾਂ ਕਰਤਾਰਪੁਰ ਸਾਹਿਬ ਰੁਕਦੀ ਹੈ, ਰਾਤ ਬਤੀਤ ਕਰਦੀ ਹੈ, ਉਹਨਾਂ ਨੂੰ ਵੀ ਰੋਕਦਾ ਹੈ ਕਿ ਭਾਈ ਤੁਹਾਨੂੰ ਉੱਥੇ ਨਹੀਂ ਜਾਣਾ ਚਾਹੀਦਾ ਔਰ ਸੰਗਤਾਂ ਨੂੰ ਆਪਣੇ ਨਾਲ ਜੋੜਨ ਦਾ ਯਤਨ ਕਰਦਾ ਹੈ।
ਗਰੀਬ ਨਿਵਾਜ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਰਥਾਏ ਬਹੁਤ ਗਲਤ ਬੋਲਦਾ ਹੈ ਤੇ ਸੰਗਤਾਂ ਨੂੰ ਕਹਿ ਰਿਹਾ ਕਿ ਮੈਂ ਸਹੀ ਚੱਲ ਰਿਹਾ ਹਾਂ। ਇਸ ਤਰ੍ਹਾਂ ਹੀ ਜਿਹੜਾ ਉਹ ਚੱਲਣਾ ਠੀਕ ਹੈ। ਇੱਥੋਂ ਤੱਕ ਕਿ ਖਡੂਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੋਂ ਔਰ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੋਂ ਦੂਸਰੇ ਔਰ ਤੀਸਰੇ ਗੁਰੂ ਸਾਹਿਬਾਨਾਂ ਦੇ ਸੰਬੰਧਿਤ ਜਿਹੜੇ ਪਰਿਵਾਰ ਸਨ ਭੱਲਿਆਂ ਦੇ ਵਿੱਚੋਂ ਅਤੇ ਤਰੇੜਾਂ ਦੇ ਵਿੱਚੋਂ, ਉਹ ਜਦੋਂ ਜਾ ਰਹੇ ਸਨ ਅਤੇ ਉਹ ਰਾਤ ਬਾਬਾ ਸੁੰਦਰ ਜੀ, ਬਾਬਾ ਪਰਮਾਨੰਦ ਜੀ ਔਰ ਬਾਬਾ ਦਾਤੂ ਜੀ ਦਾ ਸਪੁੱਤਰ ਇਹ ਸਾਰੇ ਰੁਕ ਗਏ। ਧੀਰਮਲ ਦੇ ਕੋਲ ਰਾਤ ਬਤੀਤ ਕੀਤੀ ਹੈ। ਧੀਰਮਲ ਨੇ ਉਹਨਾਂ ਨੂੰ ਵੀ ਸਮਝਾਉਣ ਦਾ ਯਤਨ ਕੀਤਾ ਕਿ ਭਾਈ ਮੇਰੀ ਗੱਲ ਮੰਨੋ ਅਤੇ ਮੇਰੇ ਨਾਲ ਜੁੜੋ। ਤੁਸੀਂ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਨਾ ਜਾਓ, ਮੈਂ ਵੀ ਨਹੀਂ ਗਿਆ, ਤੁਸੀਂ ਵੀ ਨਾ ਜਾਓ। ਪਾਤਸ਼ਾਹ ਜੀ ਤਾਂ ਆਪਣੇ ਸੁਭਾਅ ਦੇ ਵਿੱਚ ਰਹਿੰਦੇ ਹਨ, ਜੰਗ ਯੁੱਧ ਕਰਦੇ ਹਨ, ਇਹ ਕੰਮ ਠੀਕ ਨਹੀਂ ਹੈ ਔਰ ਬਾਦਸ਼ਾਹ ਦੇ ਅਧੀਨ ਰਹਿਣਾ ਚਾਹੀਦਾ ਹੈ, ਬਾਦਸ਼ਾਹ ਦੇ ਅਨੁਸਾਰ ਚੱਲਣਾ ਚਾਹੀਦਾ ਹੈ, ਤਾਂ ਸੁੱਖ ਸ਼ਾਂਤੀ ਰਹਿ ਸਕਦੀ ਹੈ। ਔਰ ਜਿਹੜੀ ਇਹ ਸੰਧੀ ਕਰਵਾਈ ਹੈ ਇਹ ਵੀ ਮੈਂ ਕਰਵਾਈ ਹੈ, ਸੁਲ੍ਹਾ ਵੀ ਮੇਰੇ ਕਰਕੇ ਹੋਈ ਹੈ। ਬਾਬਾ ਸੁੰਦਰ ਜੀ ਅਤੇ ਬਾਬਾ ਪਰਮਾਨੰਦ ਜੀ ਜਿਹੜੇ ਧੰਨ ਗੁਰੂ ਅਮਰਦਾਸ ਜੀ ਦੇ ਪਰਿਵਾਰ ਦੇ ਵਿੱਚੋਂ ਸਨ, ਇਹ ਤਾਂ ਨਾ ਮੰਨੇ, ਪਰ ਬਾਬਾ ਦਾਤੂ ਜੀ ਜੋ ਪਾਤਸ਼ਾਹ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਜੀ ਦੇ ਸਪੁੱਤਰ ਸਨ, ਵੱਡੇ ਸਪੁੱਤਰ, ਉਹਦਾ ਇੱਕ ਪੁੱਤਰ ਨਾਲ ਹੈ। ਬਾਬਾ ਧੀਰਮਲ ਨੇ ਬੜਾ ਸਮਝਾਇਆ ਅਤੇ ਉਹਨਾਂ ਨੂੰ ਆਪਣੇ ਪੱਖ ਦੇ ਵਿੱਚ ਕਰ ਲਿਆ। ਉਹਨਾਂ ਨੂੰ ਸਮਝਾ ਕਰਕੇ ਆਪਣੀਆਂ ਗੱਲਾਂ ਦੇ ਵਿੱਚ ਲੈ ਆਏ। ਧੀਰਮਲ ਗੁਰੂ ਘਰ ਦੇ ਨਾਲ ਈਰਖਾ ਕਮਾਉਣ ਲੱਗ ਪਿਆ ਹੈ, ਆਪਣੇ ਸੁਭਾਅ ਦੇ ਮੁਤਾਬਕ ਚੱਲਦਾ ਹੈ, ਬਾਦਸ਼ਾਹ ਦੇ ਨਾਲ ਰਲ ਗਿਆ ਹੈ। ਔਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਹਨ, ਜਿੱਥੇ ਬੇਅੰਤ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰ ਹੋ ਰਹੀ ਹੈ। ਉਹਨਾਂ ਦੇ ਇਸ ਪੁੱਤਰ ਦਾ ਸੰਸਾਰ ਦੇ ਵਿੱਚੋਂ ਜਾਣਾ ਸੁਣ ਕੇ ਬੇਅੰਤ ਸੰਗਤ ਦੂਰ ਨੇੜੇ ਤੋਂ ਚੱਲ ਚੱਲ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚ ਰਹੀ ਹੈ। ਬੈਰਾਗਮਈ ਸਮਾਂ ਹੈ, ਬੇਅੰਤ ਸੰਗਤ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਹੈ। ਆਓ ਇਸ ਤੋਂ ਅਗਲੇਰਾ ਜਿਹੜਾ ਇਤਿਹਾਸ ਹੈ ਭਾਵਨਾ ਸਹਿਤ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਸਰਵਣ ਕਰਦੇ ਹਾਂ। ਧੀਰਮਲ ਨਾ ਤਾਂ ਆਪ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਪਹੁੰਚਿਆ ਹੈ ਅਤੇ ਛੇਵੇਂ ਪਾਤਸ਼ਾਹ ਜੀ ਦਾ ਪੋਤਰਾ ਲੱਗਦਾ ਹੈ, ਔਰ ਨਾ ਹੀ ਦਾਦਾ ਜੀ ਦੇ ਹੁਕਮ ਦੇ ਵਿੱਚ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਦੇ ਵਿੱਚ ਨਾ ਤਾਂ ਆਪ ਪਹੁੰਚਿਆ ਹੈ ਅਤੇ ਨਾ ਹੀ ਉਹ ਅੰਮ੍ਰਿਤ ਬਾਣੀ ਦਾ ਜਿਹੜਾ ਗ੍ਰੰਥ ਹੈ ਉਹ ਵੀ ਨਹੀਂ ਦਿੱਤਾ, ਜਿਹਦੇ ਤੋਂ ਅੰਤ ਵੇਲੇ ਜਿਹੜਾ ਵੀ ਕੋਈ ਚੜ੍ਹਾਈ ਕੀਤਾ ਹੈ ਸਹਿਜ ਪਾਠ ਕੀਤਾ ਜਾ ਰਿਹਾ ਸੀਗਾ। ਔਰ ਇਹ ਨਾ ਤਾਂ ਆਪ ਜਾਣ ਵਾਸਤੇ ਮੰਨਿਆ, ਨਾ ਅੰਮ੍ਰਿਤ ਬਾਣੀ ਦਾ ਗ੍ਰੰਥ ਦਿੱਤਾ। ਜੇ ਗ੍ਰੰਥ ਵੀ ਦੇ ਦਿੱਤਾ ਅਤੇ ਮੇਰੀ ਪੂਜਾ ਕਿਵੇਂ ਹੋਏਗੀ, ਲੋਕ ਮੈਨੂੰ ਕਿਵੇਂ ਮੰਨਣਗੇ ਜੇ ਮੇਰੇ ਕੋਲ ਕੋਈ ਵੀ ਨਾ ਰਿਹਾ। ਮਨ ਦੇ ਵਿੱਚ ਈਰਖਾ ਰੱਖਦਾ ਹੈ। ਆਓ ਇਸ ਤੋਂ ਅਗਲੇਰਾ ਇਤਿਹਾਸ ਸਰਵਣ ਕਰਦੇ ਇੱਕ ਵਾਰੀ ਭਾਵਨਾ ਸਹਿਤ ਸਾਰੀ ਸੰਗਤ ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਹਿਬ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਦੇ ਪੋਤਰੇ ਨੂੰ ਵੱਖਰੇ ਕਰਕੇ ਸਾਰਿਆਂ ਦੇ ਵਿੱਚੋਂ ਧੀਰਮਲ ਨੇ ਬੜੇ ਪਿਆਰ ਦੇ ਨਾਲ ਉਹਨੂੰ ਸਮਝਾਇਆ ਹੈ ਤੇ ਬੜੀਆਂ ਰੀਤੀਆਂ ਦੇ ਨਾਲ, ਬੜੇ ਢੰਗਾਂ ਤਰੀਕਿਆਂ ਦੇ ਨਾਲ ਕਿ ਇਹ ਗੁਰੂ ਕਾ ਪਰਿਵਾਰ ਹੈ, ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦਾ, ਗੁਰੂ ਅਮਰਦਾਸ ਜੀ ਦਾ। ਜੇ ਇਹ ਲੋਕ ਮੇਰੇ ਨਾਲ ਜੁੜ ਜਾਣ ਤੇ ਇਹਨਾਂ ਦੇ ਪ੍ਰਭਾਵ ਕਰਕੇ ਬਹੁਤ ਸਾਰੀ ਸੰਗਤ ਮੇਰੇ ਨਾਲ ਹੋਰ ਜੁੜ ਜਾਏਗੀ, ਕਿਉਂਕਿ ਗੁਰੂ ਕੇ ਪਰਿਵਾਰਾਂ ਦਾ ਬਹੁਤ ਵੱਡਾ ਸਨਮਾਨ ਹੈ ਸੰਗਤਾਂ ਦੇ ਵਿੱਚ। ਜੇ ਉਹ ਮੇਰੇ ਪੱਖ ਦੇ ਵਿੱਚ ਆ ਜਾਣ ਤਾਂ ਮੈਨੂੰ ਬਹੁਤ ਵੱਡਾ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਫਾਇਦਾ ਹੋਏਗਾ। ਮੇਰੇ ਪੱਖ ਦੇ ਵਿੱਚ ਹੋਣਗੇ ਅਤੇ ਮੈਂ ਦਾਅਵਾ ਕਰਾਂਗਾ ਕਿ ਅਗਲਾ ਗੁਰੂ ਮੈਂ ਬਣਨਾ ਚਾਹੀਦਾ ਹਾਂ, ਮੈਂ ਗੁਰੂ ਹਾਂ। ਇਸ ਕਰਕੇ ਪਹਿਲਾਂ ਗੁਰੂ ਅਮਰਦਾਸ ਜੀ ਦੇ ਪਰਿਵਾਰ ਨੂੰ ਜ਼ੋਰ ਲਾਇਆ, ਉਹ ਤਾਂ ਨਾ ਮੰਨੇ। ਬਾਬਾ ਸੁੰਦਰ ਜੀ ਅਤੇ ਬਾਬਾ ਪਰਮਾਨੰਦ ਜੀ ਬੜੇ ਸੂਝਵਾਨ ਹਨ, ਪਰ ਹੁਣ ਗੁਰੂ ਅੰਗਦ ਦੇਵ ਜੀ ਦੇ ਬਾਬਾ ਦਾਤੂ ਜੀ ਸਪੁੱਤਰ ਹਨ ਅਤੇ ਉਹਨਾਂ ਦੇ ਗਾਂ ਪੁੱਤਰ ਜਿਹੜੇ ਹਨ ਉਹਨਾਂ ਨੂੰ ਵੱਖਰਾ ਕਰ ਲਿਆ। ਕਹਿਣ ਲੱਗੇ ਸਮਝਾਇਓ ਬਹੁ ਰੀਤ ਉਚਰ ਕੇ, ਕਈ ਤਰ੍ਹਾਂ ਦੇ ਲਾਲਚ ਦਿੱਤੇ, ਕਈ ਢੰਗਾਂ ਦੇ ਨਾਲ ਗੁੰਮਰਾਹ ਕੀਤਾ ਗਿਆ ਹੈ। ਔਰ ਹੁਣ ਸਾਰੀ ਰਾਤ ਸਮਝਾਉਂਦਾ ਰਿਹਾ ਹੈ ਅਤੇ ਬੜਾ ਕੁਛ ਗਲਤ ਬੋਲ ਕਰਕੇ ਤੇ ਉਹਨੂੰ ਆਪਣੇ ਅਨੁਸਾਰ ਕਰ ਲਿਆ ਹੈ।
ਔਰ ਹੁਣ ਉਹ ਜਿਹੜਾ ਪੁੱਤਰ ਹੈ ਇਹ ਕਹਿਣ ਤੋਂ ਭਾਵ ਗੁਰੂ ਅਮਰਦਾਸ ਜੀ ਦੇ ਪਰਿਵਾਰ ਤੋਂ ਵੱਖਰਾ ਹੋ ਗਿਆ। ਬਾਬਾ ਸੁੰਦਰ ਜੀ ਤੇ ਬਾਬਾ ਪਰਮਾਨੰਦ ਜੀ ਤੋਂ ਵੱਖਰਾ ਹੋ ਗਿਆ ਏ ਤੇ ਕਹਿਣ ਲੱਗਿਆ ਕਿ ਭਾਈ ਮੈਂ ਤਾਂ ਧੀਰਮਲ ਦੇ ਨਾਲ ਹੀ ਹੁਣ ਰਵਾਂਗਾ, ਉਹਦੇ ਅਨੁਸਾਰ ਹੀ ਉਸ ਆਪਣੇ ਸਦਨ ਟਿਕਾਏ। ਔਰ ਫਿਰ ਉਸ ਨੂੰ ਆਪਣੇ ਘਰ ਦੇ ਵਿੱਚ ਧੀਰਮਲ ਨੇ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਰੱਖ ਲਿਆ ਹੈ। ਕੀਰਤਪੁਰ ਕੋ ਤਬ ਆਏ। ਔਰ ਹੁਣ ਇਹ ਅੱਗੇ ਚੱਲ ਕਰਕੇ ਬਾਕੀ ਪਰਿਵਾਰ ਦੇ ਨਾਲ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਨਹੀਂ ਪਹੁੰਚੇ ਹਨ। ਸ੍ਰੀ ਗੁਰੂ ਅਮਰਦਾਸ ਚਲ ਆਏ। ਔਰ ਫਿਰ ਕੱਲੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਦੀ ਵੰਸ਼ ਦੇ ਵਿੱਚੋਂ ਪਰਿਵਾਰ ਦੇ ਵਿੱਚੋਂ ਜਿਹੜੇ ਕੁਝ ਗੁਰਮੁਖ ਪਿਆਰੇ ਪਹੁੰਚੇ ਸਨ ਉਹੀ ਚੱਲ ਕੇ ਫਿਰ ਅੱਗੇ ਕਹਿਣ ਲੱਗੇ ਸ੍ਰੀ ਗੁਰੂ ਅਮਰ ਬੰਸ ਚੱਲ ਆਏ। ਸ੍ਰੀ ਅਮਰਦਾਸ ਜੀ ਦੀ ਵੰਸ਼ ਦੇ ਵਿੱਚੋਂ ਜਿਹੜੇ ਪਰਿਵਾਰ ਸਨ ਉਹ ਧੀਰਮਲ ਦੀਆਂ ਗੱਲਾਂ ਨਾ ਮੰਨ ਕੇ ਤੇ ਅੱਗੇ ਪਾਤਸ਼ਾਹ ਜੀ ਦੇ ਚਰਨਾਂ ਵੱਲ ਗਏ ਹਨ ਤੇ ਬੜੇ ਅਦਬ ਦੇ ਨਾਲ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਾ ਕਰਕੇ ਸੀਸ ਝੁਕਾਇਆ ਹੈ, ਮਿਲੇ ਹਨ। ਔਰ ਉਸੇ ਤਰ੍ਹਾਂ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਕ ਬਹੁਤ ਪਿਆਰਾ ਸੇਵਕ ਰਾਏ ਜੋਧ ਕਾਂਗੜ ਤੋਂ ਚੱਲ ਕੇ ਆਇਆ ਹੈ, ਜਿਨੇ ਤੀਸਰੇ ਜੰਗ ਦੇ ਸਮੇਂ ਗੁਰੂ ਘਰ ਦਾ ਬਹੁਤ ਵੱਡਾ ਸਾਥ ਦਿੱਤਾ ਹੈ। ਅੱਗੇ ਹੋ ਕੇ ਜੰਗ ਕੀਤਾ, ਬਹੁਤ ਤਰ੍ਹਾਂ ਦੇ ਫੱਟ ਵੀ ਖਾਧੇ, ਬੜੀ ਬਹਾਦਰੀ ਦੇ ਨਾਲ ਲੜਿਆ ਸੀਗਾ, ਬਹੁਤ ਵੱਡਾ ਅਹਿਲਕਾਰ ਦੇ ਕੋਲ ਸੈਨਾ ਵੀ ਹੈ। ਮਾਲਵੇ ਦੇ ਵਿੱਚ ਜਦੋਂ ਗੁਰੂ ਸਰ ਮਹਾਰਾਜ ਦੀ ਧਰਤੀ ਤੇ ਜੰਗ ਹੋਇਆ ਸੀ ਉਸ ਵੇਲੇ ਇਹਨੇ ਤਕੜੇ ਜ਼ੋਰ ਦਿਖਾਏ ਸਨ। ਇਹਨੂੰ ਪਤਾ ਲੱਗਿਆ ਹੈ ਕਿ ਸਤਿਗੁਰਾਂ ਦਾ ਵੱਡਾ ਸਾਹਿਬਜ਼ਾਦਾ ਚੜ੍ਹਾਈ ਕਰ ਗਏ ਹਨ ਤੇ ਫਿਰ ਇਹ ਵੀ ਬੜੇ ਪਿਆਰ ਦੇ ਨਾਲ ਰਾਏ ਜੋਧ ਸੁੱਤ ਭਰਾਤ ਸਮੇਤ ਆਪਣੇ ਪੁੱਤਰ ਤੇ ਆਪਣੇ ਭਰਾ ਸਲੇਮ ਸ਼ਾਹ ਦੇ ਨਾਲ ਇਹ ਵੀ ਚੱਲ ਕੇ ਆਇਆ ਹੈ। ਔਰ ਇਸੇ ਤਰ੍ਹਾਂ ਇਹਦੀ ਜਿਹੜੀ ਪਤਨੀ ਹੈ, ਘਰ ਵਾਲੀ ਹੈ, ਜਿਹੜੀ ਪਾਤਸ਼ਾਹ ਜੀ ਦੇ ਘਰ ਦੀ ਬਹੁਤ ਵੱਡੀ ਸ਼ਰਧਾਲੂ ਹੈ, ਜਿਹਦੇ ਕਰਕੇ ਇਹ ਸਾਰਾ ਪਰਿਵਾਰ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜਿਆ ਹੈ, ਉਹ ਵੀ ਨਾਲ ਆਏ ਹਨ। ਔਰ ਤਿਆਰ ਹੋ ਕਰਕੇ ਕਾਲੀ ਦੇ ਨਾਲ ਜਿਉਂ ਹੀ ਸੁਨੇਹਾ ਪ੍ਰਾਪਤ ਹੋਇਆ ਹੈ ਇਹ ਵੀ ਪਾਤਸ਼ਾਹ ਜੀ ਵੱਲ ਚੱਲੇ ਹਨ। ਔਰ ਲਾਗੇ ਹੀ ਇਹਨਾਂ ਦੇ ਨਗਰ ਹੈ ਭਾਈ ਰੂਪਾ, ਜਿਹੜਾ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੁਝ ਸਮਾਂ ਪਹਿਲਾਂ ਵਸਾਇਆ ਹੈ। ਔਰ ਇੱਥੇ ਭਾਈ ਸਾਧੂ ਜੀ ਤੇ ਭਾਈ ਰੂਪਾ ਜੀ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੋਂ ਬਹੁਤ ਪਿਆਰੇ ਸੇਵਕ ਵਸਦੇ ਹਨ, ਰਹਿੰਦੇ ਹਨ। ਰਾਏ ਜੋਧ ਜਦੋਂ ਚੱਲਣ ਲੱਗਾ ਹੈ, ਰੂਪਾ ਨਿਕਟ ਬੁਲਾਏ ਮਗਾਇਓ। ਭਾਈ ਰੂਪੇ ਜੀ ਨੇ ਵੀ ਸੁਨੇਹਾ ਭੇਜਿਆ ਹੈ ਕਿ ਭਾਈ ਚੱਲ, ਛੇਵੇਂ ਪਾਤਸ਼ਾਹ ਜੀ ਦੇ ਵੱਡੇ ਸਪੁੱਤਰ ਚੜ੍ਹਾਈ ਕਰ ਗਏ ਹਨ, ਆਪਾਂ ਨੂੰ ਜਾਣਾ ਚਾਹੀਦਾ ਹੈ। ਤੇ ਭਾਈ ਰੂਪਾ ਜੀ ਨੂੰ ਵੀ ਰਾਏ ਜੋਧ ਨੇ ਨਾਲ ਮੰਗਵਾ ਲਿਆ ਹੈ। ਔਰ ਉਸ ਵੇਲੇ ਭਾਈ ਰੂਪਾ ਜੀ ਦਾ ਪਿਤਾ ਭਾਈ ਸਾਧੂ ਜੀ, ਜਿਹਨੂੰ ਜਿਹੜਾ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ, ਬੜਾ ਪਿਆਰਾ ਭਾਵਨਾ ਵਾਲਾ ਗੁਰੂ ਕਾ ਸਿੱਖ ਹੈ, ਕਹਿਣ ਲੱਗੇ ਕਿ ਉਹ ਹੁਣ ਕੁਝ ਕੁ ਸਮਾਂ ਪਹਿਲਾਂ ਪਰਲੋਕ ਗਮਨ ਕਰ ਗਏ। ਔਰ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚੋਂ ਬਹੁਤ ਖੁਸ਼ੀਆਂ ਆਨੰਦ ਪ੍ਰਾਪਤ ਕੀਤਾ ਹੈ, ਆਸ਼ੀਰਵਾਦ ਲਏ ਹਨ। ਤੇ ਛੇਵੇਂ ਪਾਤਸ਼ਾਹ ਜੀ ਦੇ ਹੁਕਮ ਦੇ ਵਿੱਚ ਇਹਨਾਂ ਨੇ ਨਗਰ ਜਿਹੜਾ ਵਸਿਆ ਹੈ ਉੱਥੇ ਲੰਗਰ ਚਲਾਇਆ ਸੀਗਾ। ਉਹ ਲੰਗਰ ਅੱਜ ਵੀ ਇਹਨਾਂ ਦੇ ਘਰ ਦੇ ਵਿੱਚ ਚੱਲਦਾ ਹੈ, ਭਾਈ ਸਾਧੂ ਜੀ ਦੇ ਤੇ ਭਾਈ ਰੂਪਾ ਜੀ ਦੇ ਘਰ ਦੇ ਵਿੱਚ। ਔਰ ਇਹ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਬਹੁਤ ਵੱਡੇ ਸ਼ਰਧਾਲੂ ਪਿਤਾ ਤੇ ਪੁੱਤਰ ਹਨ। ਕਦੇ ਦੁਪਹਿਰ ਦੇ ਵੇਲੇ ਖੇਤਾਂ ਦੇ ਵਿੱਚ ਜੰਗਲ ਦੇ ਵਿੱਚ ਲੱਕੜਾਂ ਕੱਟਦਿਆਂ ਹੋਇਆਂ ਇੱਕ ਰੁੱਖ ਦੇ ਥੱਲੇ ਜਿਹੜਾ ਮਸ਼ਕ ਦੇ ਵਿੱਚ ਪਾਣੀ ਭਰ ਕੇ ਟੰਗਿਆ, ਜਦੋਂ ਬਹੁਤ ਠੰਡਾ ਲੱਗਿਆ ਸੀਗਾ, ਸ਼ੀਤਲ ਜਲ ਦੇਖਿਆ ਸੀਗਾ। ਕਦੇ ਦੁਪਹਿਰ ਵੇਲੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕੀਤਾ ਸੀ, ਪਾਤਸ਼ਾਹ ਸਾਡੀ ਅਰਦਾਸ ਹੈ, ਅਸੀਂ ਧਿਆਏ ਮਰ ਜਾਵਾਂਗੇ, ਪਰ ਸਾਡੀ ਬਿਨੇ ਇਹ ਹੈ ਕਿ ਪਾਤਸ਼ਾਹ ਜੀ ਤੁਸੀਂ ਆ ਕਰਕੇ ਇੱਥੇ ਸਾਡੇ ਕੋਲ ਜਲ ਛਕੋ। ਗਰੀਬ ਨਿਵਾਜ ਸਤਿਗੁਰੂ ਜੀ ਡੱਲੇ ਨਗਰ ਦੇ ਵਿੱਚੋਂ ਜਾ ਕਰਕੇ ਔਰ ਇਹਨਾਂ ਪਿਤਾ ਤੇ ਪੁੱਤਰ ਦੇ ਕੋਲੋਂ ਜਲ ਛਕਦੇ ਹਨ ਤੇ ਬੇਅੰਤ ਖੁਸ਼ੀਆਂ ਬਖਸ਼ਦੇ ਹਨ।
ਔਰ ਫਿਰ ਕਹਿਣ ਲੱਗੇ ਕਿ ਜਿਸ ਤਰ੍ਹਾਂ ਭਾਵਨਾ ਦੇ ਨਾਲ ਸਾਨੂੰ ਜਲ ਛਕਾਇਆ ਹੈ, ਇਸੇ ਤਰ੍ਹਾਂ ਹੀ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਸੰਗਤਾਂ ਨੂੰ ਲੰਗਰ ਵੀ ਛਕਾਓ, ਭੁੱਖਿਆਂ ਨੂੰ ਉਹਨਾਂ ਦਾ ਪੇਟ ਭਰੋ, ਦਇਆ ਕਰੋ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਹ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸਨ। ਇਹਨਾਂ ਬਚਨਾਂ ਦੇ ਮੁਤਾਬਕ ਇਹ ਪਰਿਵਾਰ ਚੱਲ ਰਿਹਾ ਸੀਗਾ। ਹੁਣ ਇਹ ਗੁਰੂ ਕਾ ਜਿਹੜਾ ਬੜਾ ਪਿਆਰਾ ਸੇਵਕ ਹੈ ਭਾਈ ਸਾਧੂ ਜੀ, ਇਹ ਕੁਝ ਸਮਾਂ ਪਹਿਲਾਂ ਚੱਲ ਵਸੇ ਹਨ। ਜੀਤਿਓ ਜਨਮ ਨਾ ਭਵਜਲ ਫੇਰਾ, ਕਹਿਣ ਲੱਗੇ ਇਹਨਾਂ ਨੇ ਆਪਣੀ ਜੀਵਨ ਦੀ ਬਾਜੀ ਜਿੱਤ ਲਈ ਹੈ, ਜਨਮ ਮਰਨ ਤੋਂ ਰਹਿਤ ਹੋ ਗਏ ਹਨ। ਔਰ ਚੱਲ ਚੱਲ ਕੇ ਗੁਰੂ ਕੇ ਬਚਨਾਂ ਦੇ ਵਿੱਚ ਕਦਮ ਪੁੱਟ ਪੁੱਟ ਕੇ ਸਿੱਖੀ ਕਮਾ ਕਮਾ ਕੇ ਇਹਨਾਂ ਨੇ ਇਹ ਜਿਹੜਾ ਭਵਜਲ ਹੈ ਇਹਨੂੰ ਤਰ ਲਿਆ ਹੈ, ਲੰਘ ਲਿਆ ਹੈ। ਔਰ ਇਹ ਫਿਰ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਡੇਰਾ ਵਹਿਰ ਆਨ ਕਰ ਦੀਨੋ, ਇਹ ਸਾਰੇ ਫਿਰ ਭਾਈ ਰੂਪਾ ਜੀ ਤੇ ਰਾਏ ਜੋਧ ਇਹ ਸਾਰੇ ਰਲ ਕੇ ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵਾਲੇ ਪਾਸੇ ਆਏ ਹਨ। ਤੇ ਬਹੁਤ ਵੱਡੇ ਸੂਰਮੇ, ਵੱਡੀ ਗਿਣਤੀ ਦੇ ਵਿੱਚ ਯੋਧੇ, ਕਿਉਂਕਿ ਰਾਏ ਜੋਧ ਸ਼ਾਹ ਦੇ ਕੋਲ ਬਹੁਤ ਵੱਡੀ ਸੈਨਾ ਵੀ ਸੀਗੀ ਤੇ ਬਹੁਤ ਵੱਡੇ ਜਰਨੈਲਾਂ ਬਹਾਦਰਾਂ ਦੇ ਨਾਲ ਇਹ ਸਤਿਗੁਰਾਂ ਵਾਲੇ ਪਾਸੇ ਚੱਲਿਆ ਹੈ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਬਹੁਤ ਵੱਡੀ ਸਭਾ ਲਾ ਕਰਕੇ ਬੇਅੰਤ ਸੰਗਤਾਂ ਬੜੀਆਂ ਸ਼ਾਂਤੀ ਦੇ ਨਾਲ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚ ਰਹੀਆਂ ਹਨ। ਸਤਿਗੁਰੂ ਜੀ ਉੱਥੇ ਬਿਰਾਜਮਾਨ ਹਨ। ਤੇ ਜਿਸ ਜਗ੍ਹਾ ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਭਾਏਮਾਨ ਹਨ, ਬਿਰਾਜਮਾਨ ਹਨ, ਉੱਥੇ ਇਹ ਗੁਰੂ ਕੇ ਪਿਆਰੇ ਰਾਏ ਜੋਧ ਸ਼ਾਹ ਔਰ ਭਾਈ ਰੂਪਾ ਵੀ ਪਹੁੰਚੇ ਹਨ। ਤੇ ਸਾਰੇ ਜਿਹੜੇ ਮਨੁੱਖ, ਜਿਹੜੇ ਗੁਰੂ ਕੇ ਪਿਆਰੇ, ਜਿਹੜੀ ਸੰਗਤ ਪਹਿਲਾਂ ਪਹੁੰਚੀ ਹੈ, ਸਾਰਿਆਂ ਦੇ ਮਨਾਂ ਦੇ ਵਿੱਚ ਬਹੁਤ ਵੱਡਾ ਬੈਰਾਗ ਹੈ, ਕਿਉਂਕਿ ਬਾਬਾ ਗੁਰਦਿੱਤਾ ਜੀ ਨੂੰ ਬਹੁਤ ਪਿਆਰ ਕਰਦੀ ਹੈ ਸੰਗਤ, ਬਹੁਤ ਵੱਡਾ ਸਤਿਕਾਰ ਸੀਗਾ ਧਰਮ ਦੇ ਵਿੱਚ ਉਹਨਾਂ ਦਾ। ਧਰਤ ਸ਼ੋਕ ਨਿਰਪ ਨਰ ਸਮੁਦਾਇ, ਇਸ ਕਰਕੇ ਸੰਗਤਾਂ ਦੇ ਮਨ ਦੇ ਵਿੱਚ ਵੱਡਾ ਗੁਰੂ ਕਾ ਸਪੁੱਤਰ ਹੈ ਤੇ ਸਤਿਗੁਰਾਂ ਦੇ ਨਾਲ ਬਹੁਤ ਵੱਡਾ ਉਹਦਾ ਪਿਆਰ ਹੈ, ਸਨੇਹ ਹੈ। ਇਸ ਕਰਕੇ ਸੰਗਤ ਵੀ ਮਨ ਦੇ ਵਿੱਚ ਬੜੀ ਗੁਰੂ ਕੇ ਚਰਨਾਂ ਦੇ ਵਿੱਚ ਉਦਾਸ ਸ਼ਾਂਤ ਹੋ ਕਰਕੇ ਬੈਠੀ ਹੈ। ਔਰ ਇਹ ਵੀ ਗੁਰੂ ਕੇ ਪਿਆਰੇ ਜਿੱਥੇ ਬੇਅੰਤ ਸੰਗਤ ਸੁਸ਼ੋਭਤ ਹੈ, ਇਹ ਵੀ ਉੱਥੇ ਪਹੁੰਚੇ ਹਨ। ਔਰ ਗੁਰੂ ਕੇ ਚਰਨਾਂ ਦੇ ਵਿੱਚ ਬੇਅੰਤ ਸੰਗਤ ਇੱਧਰੋਂ ਉੱਧਰੋਂ ਜਿੱਥੇ ਜਿੱਥੇ ਸੁਨੇਹਾ ਪਹੁੰਚ ਰਿਹਾ ਹੈ, ਖਬਰ ਮਿਲ ਰਹੀ ਹੈ, ਉੱਥੋਂ ਵੀ ਹੀਰਾਂ ਘੱਤ ਕੇ ਗੁਰੂ ਕੇ ਚਰਨਾਂ ਦੇ ਵਿੱਚ ਸੰਗਤ ਭਾਰੀ ਗਿਣਤੀ ਦੇ ਵਿੱਚ ਭੀੜ ਦੇ ਵਿੱਚ ਪਹੁੰਚੀ ਹੈ। ਤੇ ਬਹੁਤ ਤਗੜੀ ਜਿਹੜੀ ਥੱਲੇ ਵੱਡੀ ਦੂਰ ਤੱਕ ਜਿਹੜੀ ਵਿਛਾਈ ਹੈ ਉਹ ਕੀਤੀ ਹੋਈ ਹੈ। ਤੇ ਦੋਨੋਂ ਪਾਸੇ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਸਤਿਗੁਰਾਂ ਦੇ ਕੋਲ ਸੰਗਤ ਬੈਠੀ ਹੈ, ਜਿਨ੍ਹਾਂ ਦੇ ਮਨਾਂ ਦੇ ਵਿੱਚ ਭਾਰੀ ਸੋਗ ਹੈ। ਔਰ ਆ ਕਰਕੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਸੀਸ ਰੱਖਦੇ ਹਨ। ਗਰੀਬ ਨਿਵਾਜ ਪਾਤਸ਼ਾਹ ਜੀ ਨੂੰ ਆ ਕਰਕੇ ਸੰਗਤ ਨਮਸਕਾਰ ਕਰਦੀ ਹੈ। ਔਰ ਪਾਤਸ਼ਾਹ ਜੀ ਫਿਰ ਸਨਮਾਨ ਦੇ ਨਾਲ ਗਰੀਬ ਨਿਵਾਜ ਸਤਿਗੁਰੂ ਜੀ ਸੰਗਤਾਂ ਨੂੰ ਕੋਲ ਬਿਠਾਉਂਦੇ ਹਨ, ਸੰਗਤਾਂ ਦਾ ਆਦਰ ਮਾਣ ਕਰਦੇ ਹਨ। ਤੇ ਗੁਰੂ ਕੇ ਚਰਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਸੰਗਤ ਬੈਠੀ ਹੈ, ਸੰਗਤਾਂ ਦੇ ਵਿੱਚ ਸ਼ਾਂਤੀ ਹੈ, ਸਾਰੇ ਚੁੱਪ ਕਰਕੇ ਸ਼ਾਂਤੀ ਦੇ ਨਾਲ ਬੈਠੇ ਹੋਏ ਹਨ। ਔਰ ਰਾਏ ਜੋਧ ਸ਼ਾਹ ਜੀ ਦਾ ਸਤਿਗੁਰਾਂ ਦੇ ਨਾਲ ਬਹੁਤ ਵੱਡਾ ਪਿਆਰ ਸਨੇਹ ਹੈ। ਗੁਰੂ ਕੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਉਸਨੇ ਇੱਕ ਬੇਨਤੀ ਕੀਤੀ ਹੈ। ਹੇ ਪਾਤਸ਼ਾਹ, ਗਰੀਬ ਨਿਵਾਜ ਸਤਿਗੁਰੂ ਜੀ, ਤੁਹਾਡੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਬੜੇ ਸਿਆਣੇ ਸਨ, ਬੜੇ ਸੂਝਵਾਨ ਸਨ, ਸੰਗਤਾਂ ਉਹਨਾਂ ਦਾ ਬਹੁਤ ਵੱਡਾ ਮਾਣ ਸਨਮਾਨ ਕਰਦੀਆਂ ਸਨ।
ਪਿਆਰਾ। ਔਰ ਇਹ ਐਸਾ ਕਾਰਨ ਕੀ ਪੈਦਾ ਹੋ ਗਿਆ ਹੈ? ਅਚਾਨਕ ਉਹਨਾਂ ਦਾ ਸੰਸਾਰ ਦੇ ਵਿੱਚੋਂ ਜਾਣਾ ਸੁਣ ਕੇ ਮਨ ਨੂੰ ਬਹੁਤ ਭਾਰੀ ਠੇਸ ਪਹੁੰਚੀ ਹੈ। ਬਹੁਤ ਵੱਡਾ ਸੰਗਤਾਂ ਦੇ ਨਾਲ ਪਿਆਰ ਸੀਗਾ ਔਰ ਉਹ ਵੀ ਤੁਹਾਡੇ ਬਹੁਤ ਵੱਡੇ ਆਗਿਆਕਾਰੀ ਸੁਪੁੱਤਰ ਸਨ। ਗਰੀਬ ਨਿਵਾਜ ਪਾਤਸ਼ਾਹ ਜੀ ਅਚਾਨਕ ਕਹਿਣ ਲੱਗੇ, ਕਾਰਨ ਕੌਣ ਭਇਓ ਦੁਖਿਆਰਾ। ਅਚਾਨਕ ਖਬਰ ਮਿਲੀ ਹੈ ਉਹਨਾਂ ਦਾ ਜਾਣਾ ਸੁਣ ਕੇ ਤੇ ਬਹੁਤ ਮਨ ਸੰਗਤਾਂ ਦੇ ਭਾਰੀ ਦੁਖੀ ਹੋਏ ਹਨ। ਜਿਸ ਤੇ ਪਹੁੰਚੇ ਸੁਰਗ ਮਝਾਰਾ। ਕੀ ਕਾਰਨ ਬਣਿਆ ਹੈ? ਕੀ ਘਟਨਾ ਵਾਪਰੀ ਹੈ ਜਿਹਦੇ ਕਰਕੇ ਇੱਕਦਮ ਬਾਬਾ ਗੁਰਦਿੱਤਾ ਜੀ ਪਰਲੋਕ ਗਮਨ ਕਰ ਗਏ ਹਨ? ਕਹਾਂ ਅਚਾਨਕ ਅਸਗਤ ਹੋਈ। ਤੇ ਕੁਛ ਪਤਾ ਨਹੀਂ ਲੱਗਿਆ। ਅਚਾਨਕ ਕੁਝ ਸਮਾਂ ਪਹਿਲਾਂ ਬਹੁਤ ਵੱਡਾ ਉਹਨਾਂ ਨੇ ਜੰਗ ਕੀਤਾ, ਯੁੱਧ ਕੀਤਾ, ਸਾਰਾ ਦਿਨ ਦੁਸ਼ਮਣਾਂ ਦੇ ਨਾਲ ਲੜੇ ਹਨ ਤੇ ਫਤਿਹ ਹੋਈ ਹੈ। ਤੇ ਬਾਬਾ ਗੁਰਦਿੱਤਾ ਜੀ ਬਲਵਾਨ ਸਨ, ਮਹਾਨ ਯੋਧੇ ਸਨ। ਅਚਾਨਕ ਅਸਗਤ ਹੋਈ। ਕਹਿਣ ਲੱਗੇ ਕਿ ਹੇ ਪਾਤਸ਼ਾਹ, ਅਚਾਨਕ ਇਹ ਕਿਵੇਂ ਕਾਰਨ ਬਣ ਗਿਆ? ਇਹ ਕੀ ਘਟਨਾ ਵਾਪਰ ਗਈ ਹੈ? ਪੂਰਬ ਸੁਣੀ ਨਹੀਂ ਹਮ ਕੋਈ। ਤੇ ਪਹਿਲਾਂ ਅਸੀਂ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਸੁਣਿਆ ਹੈ ਬਾਬਾ ਗੁਰਦਿੱਤਾ ਜੀ ਦੇ ਬਾਰੇ। ਉਹ ਤਾਂ ਬਹੁਤ ਆਗਿਆਕਾਰੀ ਸੁਪੁੱਤਰ ਸਨ। ਭਾਨਾ ਬਾਤ ਸੁਣਨ ਸਭ ਵੈਸੇ। ਔਰ ਬਾਬਾ ਬੁੱਢਾ ਸਾਹਿਬ ਜੀ ਦੇ ਸੁਪੁੱਤਰ ਬਾਬਾ ਭਾਨਾ ਜੀ ਹੋਰ ਬੇਅੰਤ ਗੁਰੂ ਕੇ ਪਿਆਰੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੈਠੇ ਹਨ। ਭਾਨਾ ਆਦ ਸੁਣਨ ਸਭ ਵੈਸੇ। ਸਾਰੇ ਗੁਰੂ ਕੇ ਬਚਨ ਬੜੇ ਪਿਆਰ ਦੇ ਨਾਲ, ਸ਼ਾਂਤੀ ਦੇ ਨਾਲ ਸਾਰੇ ਸੁਣ ਰਹੇ ਹਨ। ਸ੍ਰੀ ਹਰਿਗੋਬਿੰਦ ਚਰਿਓ ਐਸੇ। ਤੇ ਸੰਗਤਾਂ ਬੈਠੀਆਂ ਹੋਈਆਂ ਹਨ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਆਪਣੀ ਰਸਨਾ ਤੋਂ ਸੰਗਤਾਂ ਨੂੰ ਧੀਰਜ ਦੇਣ ਵਾਸਤੇ, ਹੌਸਲਾ ਦੇਣ ਵਾਸਤੇ ਸੰਗਤਾਂ ਦੇ ਨਾਲ ਇਸ ਤਰ੍ਹਾਂ ਸਾਂਝੇ ਕੀਤੇ ਹਨ। ਜੇ ਬਿਰਤ ਕੇ ਕਾਰਨ ਹੈ ਨਾਨਾ। ਕਹਿਣ ਲੱਗੇ ਕਿ ਭਾਈ ਮਨੁੱਖ ਦੇ ਸੰਸਾਰ ਦੇ ਵਿੱਚੋਂ ਜਾਣ ਦੇ ਕੋਈ ਇੱਕ ਕਾਰਨ ਨਹੀਂ, ਬੇਅੰਤ ਕਾਰਨ ਹਨ, ਬੜੇ ਤਰੀਕੇ ਹਨ। ਅੰਤ ਵੇਲਾ ਜਦੋਂ ਆ ਜਾਂਦਾ ਹੈ ਨਾ, ਤੇ ਜਿਹੜੀ ਮੌਤ ਹੈ ਉਹ ਕਈ ਤਰੀਕੇ ਵਰਤਦੀ ਹੈ, ਕਈ ਢੰਗ ਵਰਤਦੀ ਹੈ। ਅਸਲ ਦੇ ਵਿੱਚ ਬੰਦੇ ਦਾ ਸਮਾਂ ਆ ਜਾਂਦਾ ਹੈ। ਇਹ ਤਾਂ ਇੱਕ ਘਟਨਾ ਵਾਪਰਦੀ ਹੈ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਚਨ ਕੀਤਾ ਕਿ ਭਾਈ ਬੰਦੇ ਦੇ ਸੰਸਾਰ ਦੇ ਵਿੱਚੋਂ ਜਾਣ ਦੇ ਕਾਰਨ ਜਿਹੜੇ ਉਹ ਕਦੇ ਬਿਆਨ ਨਹੀਂ ਹੋ ਸਕਦੇ ਹਨ। ਸੋ ਸਭ ਜਾਣੋ ਕੀਨ ਬਹਾਨਾ। ਤੇ ਇਹ ਸਾਰਾ ਕੁਝ ਵਾਪਰਨਾ ਹੀ ਸੀਗਾ, ਹੋਣਾ ਹੀ ਸੀਗਾ। ਉਹ ਤਾਂ ਇੱਕ ਬਹਾਨਾ ਬਣਦਾ ਹੈ, ਕੋਈ ਕਾਰਨ ਬਣਦਾ ਹੈ। ਸੋ ਸਭ ਜਾਣੋ ਹੋ ਕੀਨ ਬਹਾਨਾ। ਕੋਈ ਵੀ ਬੰਦਾ ਜਦੋਂ ਵੀ ਸੰਸਾਰ ਤੋਂ ਜਾਂਦਾ ਹੈ ਤੇ ਹਰੇਕ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਕਾਰਨ ਬਣਦਾ ਹੀ ਹੈ। ਕਿਸੇ ਦੇ ਕੋਈ ਬਿਮਾਰੀ ਨਿਕਲ ਆਈ, ਕਿਸੇ ਦਾ ਕੋਈ ਝਗੜਾ ਹੋ ਗਿਆ, ਕਿਸੇ ਦਾ ਕੁਛ ਢੰਗ ਦੇ ਨਾਲ, ਕਿਸੇ ਦਾ ਕੁਛ। ਅਸਲ ਦੇ ਵਿੱਚ ਮੌਤ ਹੀ ਕੋਈ ਨਾ ਕੋਈ ਕਾਰਨ ਪੈਦਾ ਕਰ ਦਿੰਦੀ ਹੈ। ਜਦੋਂ ਬੰਦੇ ਦਾ ਸਮਾਂ ਪੁੱਜ ਜਾਂਦਾ ਹੈ, ਅੰਤ ਵੇਲਾ ਆ ਜਾਂਦਾ ਹੈ। ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਭਾਈ ਅਨੇਕਾਂ ਤਰ੍ਹਾਂ ਦੇ ਬਹਾਨੇ ਅੰਤ ਵੇਲੇ ਮਨੁੱਖ ਦੇ ਬਣਦੇ ਹਨ। ਜਿਮ ਪੂਰਬ ਹੋਏ ਬਿਰਤ ਲਿਲਾਰਾ। ਤੇ ਜਿਵੇਂ ਉਸ ਕਰਤੇ ਨੇ ਪੂਰਬ ਦੇ ਵਿੱਚ ਪਹਿਲਾਂ ਹੀ ਅੱਖਰ ਪਾ ਦਿੱਤੇ ਹਨ ਮਨੁੱਖ ਦੇ, ਉਹਦੇ ਜੀਵਨ ਦੇ। ਮਰਨ ਲਿਖਾਏ ਮੰਡਲ ਮੇ ਹੀ ਆਏ। ਉਹਦਾ ਲਿਖਿਆ ਤੈਅ ਕਰ ਦਿੱਤਾ ਜਾਂਦਾ ਹੈ ਪਹਿਲਾਂ, ਫਿਰ ਤੱਕ ਬਹਾਨਾ ਬਣਨਾ ਹੁੰਦਾ ਹੈ। ਜਿਮ ਪੂਰਬ ਹੋਏ ਲਿਖਤ ਲਿਲਾਰਾ। ਜਿਸ ਤਰ੍ਹਾਂ ਉਸ ਲਿਖਾਰੀ ਨੇ, ਉਸ ਪਰਮਾਤਮਾ ਨੇ ਜਿਹੜੇ ਅੱਖਰ ਪਾਏ ਹਨ, ਤੇ ਸਾਰੀ ਦੁਨੀਆ ਹੀ ਜਿੰਨੀ ਵੀ ਹੈ, ਭਾਵੇਂ ਕੋਈ ਅਮੀਰ ਹੈ, ਗਰੀਬ ਹੈ, ਭਾਵੇਂ ਕੋਈ ਰਾਜਾ ਹੈ ਤੇ ਭਾਵੇਂ ਕੋਈ ਆਮ ਕੋਈ ਮਨੁੱਖ ਹੈ, ਕੋਈ ਵੀ ਜਿਹੜਾ ਹੈ, ਸਾਰੇ ਹੀ ਸੰਸਾਰ ਤੋਂ ਜਾਂਦੇ ਹਨ। ਕੋਈ ਵੀ ਰਹਿੰਦਾ ਨਹੀਂ ਹੈ। ਭਾਵੇਂ ਕੋਈ ਸ਼ਕਤੀਸ਼ਾਲੀ ਹੋਵੇ, ਬਹੁਤ ਸ਼ਕਤੀਆਂ ਦਾ ਮਾਲਕ ਹੋਵੇ, ਤਗੜਾ ਹੁਕਮ ਵੀ ਚੱਲਦਾ ਹੋਵੇ, ਕਿਸੇ ਤਰੀਕੇ ਦੀ ਕੋਈ ਕਮੀ ਕੋਲ ਨਾ ਹੋਵੇ, ਪਰ ਕਾਰਨ ਉਹਦੀ ਜ਼ਿੰਦਗੀ ਦੇ ਵਿੱਚ ਵੀ ਕੋਈ ਨਾ ਕੋਈ ਬਣ ਜਾਂਦਾ ਹੈ। ਸੰਸਾਰ ਦੇ ਵਿੱਚੋਂ ਜਾਂਦੇ ਤਾਂ ਉਹ ਵੀ ਹਨ, ਉਹ ਵੀ ਚਲੇ ਜਾਂਦੇ ਹਨ ਸੰਸਾਰ ਦੇ ਵਿੱਚੋਂ। ਭਾਵੇਂ ਅਮੀਰ ਹੈ, ਭਾਵੇਂ ਗਰੀਬ ਹੈ, ਮੌਤ ਨਹੀਂ ਦੇਖਦੀ। ਜਦੋਂ ਸਮਾਂ ਆ ਜਾਂਦਾ, ਕਾਰਨ ਹਰੇਕ ਦਾ ਬਣ ਜਾਂਦਾ ਹੈ। ਭਾਵੇਂ ਕਿਸੇ ਕੋਲ Z+ ਸਿਕਿਉਰਿਟੀ ਵੀ ਕਿਉਂ ਨਾ ਹੋਵੇ,
ਕਿਸੇ ਦੇ ਕੋਲ ਭਾਵੇਂ ਕਿੰਨੇ ਵੀ ਅੰਗ ਰੱਖਿਅਕ ਕਿਉਂ ਨਾ ਹੋਵੇ, ਰਾਜੇ ਮਹਾਰਾਜੇ ਵੀ ਸੰਸਾਰ ਤੋਂ ਗਏ ਹੀ ਹਨ। ਜਿਹਦਾ ਸਮਾਂ ਆਉਂਦਾ ਹੈ ਉਹਨੂੰ ਸੰਸਾਰ ਦੇ ਵਿੱਚੋਂ ਜਾਣਾ ਹੀ ਪੈਂਦਾ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ, ਕਹਿਣ ਲੱਗੇ ਕਿ ਭਾਈ ਮੌਤ ਕਿਸੇ ਨੂੰ ਨਹੀਂ ਬਖਸ਼ਦੀ ਹੈ, ਤਿਸ ਅਨੁਸਾਰ ਰਹਿਤ ਜੋ ਜਗ ਸਾਰਾ, ਉਸ ਮੌਤ ਦੇ ਅੰਦਰ, ਮੌਤ ਦੇ ਅੱਗੇ ਲੱਗ ਕੇ ਸਾਰਿਆਂ ਨੂੰ ਚੱਲਣਾ ਪੈਂਦਾ। ਪਹਿਲਾਂ ਵੀ ਚੱਲੇ ਹਨ, ਜਿਹਦਾ ਜਿਹਦਾ ਸਮਾਂ ਆ ਜਾਂਦਾ ਹੈ ਉਹਨੂੰ ਤੁਰਨਾ ਹੀ ਪੈਂਦਾ ਹੈ। ਤੇ ਜਿੰਨੇ ਵੀ ਜਿਉਣ ਦੇ ਸਾਲ, ਕਹਿਣ ਲੱਗੇ ਜੀਵੋ ਜੇਤਕ ਬਰਖ ਮਹੀਨਾ, ਜਦੋਂ ਕਿਸੇ ਦਾ ਜਿਹੜਾ ਸਾਲ, ਜਿਹੜਾ ਮਹੀਨਾ ਉਹਦੇ ਅੰਤ ਵੇਲੇ ਦਾ ਆਉਂਦਾ ਹੈ। ਔਰ ਜਦੋਂ ਫਿਰ ਭਾਵੇਂ ਇੱਥੋਂ ਤੱਕ ਕਿ ਇੱਕ ਦਿਵਸ ਜਿਹੜਾ ਦਿਨ ਆ ਗਿਆ, ਪਹਿਰ 3 ਘੰਟਿਆਂ ਦਾ ਪਹਿਰ ਹੁੰਦਾ ਹੈ, ਘਟਕਾ ਘੜੀ 24 ਮਿੰਟਾਂ ਦੀ। ਕਹਿਣ ਲੱਗੇ ਜਿਹੜਾ ਦਿਨ, ਜਿਹੜਾ ਪਹਿਰ, ਜਿਹੜੀ ਘੜੀ, ਜਿੰਨੇ ਸਵਾਦ ਕਿਸੇ ਦੇ ਕਰਮਾਂ ਦੇ ਵਿੱਚ, ਕਿਸੇ ਦੇ ਲੇਖੇ ਦੇ ਵਿੱਚ ਮਿਲੇ ਹਨ। ਔਰ ਸਵਾਸ ਉਤਨੇ ਹੀ ਮਨੁੱਖ ਲੈਂਦਾ ਹੈ, ਭੋਗਦਾ ਹੈ, ਪ੍ਰਾਪਤ ਹੁੰਦੇ ਹਨ ਜਿਹੜੇ ਲਿਖ ਦਿੱਤੇ ਗਏ ਹਨ। ਔਰ ਉਤਨੇ ਸਵਾਸ ਲੈਂਦਾ ਹੋਇਆ ਤੁਰਦਾ ਫਿਰਦਾ ਸੰਸਾਰ ਦੇ ਵਿੱਚ ਵਿਚਰਦਾ, ਖੁਸ਼ ਪ੍ਰਸੰਨ, ਬਹੁਤ ਸਾਰੇ ਭੋਗਦਾ ਹੈ, ਸਾਰੇ ਲੈਂਦਾ ਹੈ। ਤੇਤਕ ਲੇਤ ਜੀਅਤ ਤਿੰਨ ਵਿਖੈ। ਕਈ ਵਾਰੀ ਜਦੋਂ ਸਵਾਸ ਹੋਣ ਉਦੋਂ ਕਈ ਵਾਰੀ ਵੱਡੀਆਂ ਘਟਨਾਵਾਂ ਵੀ ਵਾਪਰ ਜਾਣ, ਬੰਦਾ ਤਾਂ ਵੀ ਬਚ ਜਾਂਦਾ ਸਵਾਸ ਹੋਣ, ਪਰ ਕਈ ਵਾਰੀ ਤਾਂ ਮਾੜਾ ਜਿਹਾ ਬਹਾਨਾ ਹੀ ਬਣਦਾ ਹੈ ਤੇ ਬੰਦਾ ਚੱਲ ਵਸਦਾ ਹੈ ਥੋੜ੍ਹਾ ਜਿਹਾ। ਅਸਲ ਦੇ ਵਿੱਚ ਜਦੋਂ ਸਮਾਂ ਆ ਜਾਏ, ਸਥਾਨ ਆ ਜਾਏ, ਵੇਲਾ ਆ ਜਾਏ, ਉਦੋਂ ਫਿਰ ਮੌਤ ਟਲਦੀ ਨਹੀਂ ਹੈ। ਜਿਸ ਤਰ੍ਹਾਂ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਵਚਨ ਹੈ ਨਾ, ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲਦਾਨੀ, ਮਮਸਰ ਮੋਏ ਅਜ਼ਰਾਇਲ ਗ੍ਰਿਫਤਾਹ ਦਿਲ ਹੇਚ ਨਾ ਜਾਨੀ। ਕਹਿਣ ਲੱਗੇ ਕਿ ਹੇ ਮਨਾ, ਖਿਆਲ ਕਰੀ, ਤੂੰ ਦੁਨੀਆ ਦੇ ਵਿੱਚ ਆਖੀ ਜਾਣਾ ਹੈ ਕਿ ਬੰਦਾ ਆਖਦਾ ਹੈ ਆ ਵੀ ਮੇਰਾ ਹੈ, ਆ ਵੀ ਮੇਰਾ ਹੈ, ਆ ਵੀ ਮੇਰਾ, ਬੜਾ ਕੁਛ ਦਾਅਵੇ ਕਰਦਾ ਹੈ। ਪਰ ਕਹਿਣ ਲੱਗੇ ਹੇ ਭਾਈ, ਸਾਨੂੰ ਕਾਲ ਨੇ, ਮੌਤ ਨੇ ਮਮਸਰ ਮੋਏ ਅਜ਼ਰਾਇਲ ਗ੍ਰਿਫਤਾ, ਅਜ਼ਰਾਇਲ ਜਿਹੜਾ ਮੌਤ ਦਾ ਦੇਵਤਾ ਕਿਹਾ ਗਿਆ ਹੈ। ਕਹਿਣ ਲੱਗੇ ਸਾਨੂੰ ਕੇਸਾਂ ਦੇ ਵਾਲਾਂ ਤੋਂ ਹਰੇਕ ਬੰਦੇ ਨੂੰ ਮੌਤ ਰੂਪੀ ਦੇਵਤੇ ਨੇ ਪਕੜਿਆ ਹੋਇਆ ਹੈ। ਜਦੋਂ ਸਮਾਂ ਆ ਗਿਆ ਉਹਨੇ ਧੂਕੇ ਤੁਰ ਪੈਣਾ ਹੈ। ਉਹਨੇ ਨਹੀਂ ਪੁੱਛਣਾ ਕਿ ਕੋਈ ਰਾਜਾ ਹੈ ਕਿ ਕੋਈ ਗਰੀਬ ਹੈ, ਉਹ ਹਰੇਕ ਨੂੰ ਲੈ ਕੇ ਤੁਰੇਗਾ ਤੇ ਹਰੇਕ ਉਹਦੀ ਗ੍ਰਿਫਤ ਦੇ ਵਿੱਚ ਹੈ, ਉਹਦੇ ਹੁਕਮ ਦੇ ਵਿੱਚ ਹੈ, ਉਹਦੀ ਰਜ਼ਾ ਦੇ ਵਿੱਚ ਹੈ। ਮੌਤ ਕਦੇ ਕਿਸੇ ਨੂੰ ਬਖਸ਼ਦੀ ਨਹੀਂ ਹੈ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤਾਂ ਦੇ ਨਾਲ ਬਚਨ ਕਰ ਰਹੇ ਹਨ। ਕਹਿਣ ਲੱਗੇ ਕਿ ਭਾਈ ਸਵਾਸ ਉਤਨੇ ਹੀ ਪ੍ਰਾਪਤ ਹੋਣਗੇ ਜਿੰਨੇ ਲੇਖੇ ਦੇ ਵਿੱਚ ਪਾ ਦਿੱਤੇ ਗਏ ਹਨ। ਔਰ ਬਾਅਦ ਵਿੱਚ ਬੰਦਾ ਭਾਵੇਂ ਕਿੰਨੇ ਵੀ ਤਰਲੇ ਲੈਂਦਾ ਹੈ, ਕਈ ਕੁਛ ਕਹਿੰਦਾ ਹੈ, ਪਰ ਮੌਤ ਨੇ ਉਧਾਰ ਨਹੀਂ ਕਰਨਾ, ਮੌਤ ਨੇ ਟਲਣਾ ਨਹੀਂ ਹੈ। ਜਦੋਂ ਮੌਤ ਆ ਗਈ ਉੱਥੇ ਕੋਈ ਬਹਾਨਾ ਨਹੀਂ ਚੱਲਣਾ, ਉੱਥੇ ਕੋਈ ਸਿਫਾਰਿਸ਼ ਨਹੀਂ ਚੱਲਣੀ। ਜਦੋਂ ਮੌਤ ਆਉਂਦੀ ਹੈ ਨਾ, ਉਦੋਂ ਕਿਸੇ ਦਾ ਕੋਈ ਕੁਛ ਵੀ ਉਹਦੇ ਕੋਲ ਸ਼ਕਤੀ ਹੈ, ਪਾਵਰ ਹੈ, ਧਨ ਦੌਲਤ ਹੈ, ਮੌਤ ਅੱਗੇ ਲਾ ਕੇ ਤੁਰ ਪੈਂਦੀ ਹੈ। ਮੌਤ ਦੇ ਸਾਹਮਣੇ ਕਿਸੇ ਦਾ ਕੋਈ ਵੀ ਤਰੀਕੇ ਦਾ ਢੰਗ, ਸ਼ਕਤੀ, ਬਲ, ਸਮਰੱਥਾ, ਸਿਫਾਰਿਸ਼ ਕੁਛ ਵੀ ਕੰਮ ਨਹੀਂ ਆਉਂਦਾ ਹੈ। ਔਰ ਦੂਸਰਾ ਜਿਹੜਾ ਪਰਮੇਸ਼ਰ ਹੈ, ਜਿਹੜਾ ਕਰਤਾ ਅਕਾਲ ਪੁਰਖ ਹੈ ਨਾ, ਜੋ ਉਹਨੇ ਲਿਖ ਦਿੱਤਾ ਹੈ, ਜਿੰਨਾ ਸਮਾਂ ਦੇ ਦਿੱਤਾ ਹੈ, ਉਹ ਕਦੇ ਭੁੱਲਦਾ ਵੀ ਨਹੀਂ ਹੈ। ਉਹਦੀ ਸਾਰਾ ਕੁਛ ਉਹਦੀ ਨਜ਼ਰ ਦੇ ਵਿੱਚ ਹੈ, ਉਹਦੇ ਹੁਕਮ ਦੇ ਵਿੱਚ ਹੈ। ਉਹ ਪਰਮਾਤਮਾ ਕਦੇ ਭੁੱਲਦਾ ਨਹੀਂ ਹੈ। ਔਰ ਉਹ ਜਿਹੜਾ ਛਿਨ ਹੈ, ਉਹ ਜਿਹੜਾ ਸਮਾਂ ਹੈ ਮੌਤ ਵਾਲਾ, ਅੰਤ ਵੇਲੇ ਦਾ ਸਮਾਂ, ਬੰਦਾ ਕਿੰਨੇ ਵੀ ਉਪਾਅ ਕਰ ਲਵੇ, ਕਿੰਨੇ ਵੀ ਢੰਗ ਤਰੀਕੇ ਵਰਤ ਲਵੇ। ਪੁਰਾਣੇ ਸਮੇਂ ਦੇ ਵਿੱਚ ਆਪਾਂ ਕਈ ਵਾਰੀ ਇਤਿਹਾਸ ਪੜ੍ਹਦੇ ਹਾਂ, ਕਈ ਮਾਇਆ ਧਾਰੀ ਬੰਦਿਆਂ ਨੇ, ਬੇਅੰਤ ਰਿਸ਼ੀਆਂ ਮੁਨੀਆਂ ਨੇ
ਗ੍ਰੰਥ ਪੜ੍ਹ ਕੇ ਜਾਂ ਕਈ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਵਰਤ ਕੇ ਜਾਂ ਕਈ ਹੋਰ ਜਾਦੂ ਟੂਣੇ ਮੰਤਰ ਸਿੱਖ ਕੇ ਆਪਣੇ ਆਪ ਨੂੰ ਸੰਸਾਰ ਦੇ ਵਿੱਚ ਮੈਂ ਕਦੇ ਮਰਾਂ ਨਾ। ਕਈ ਢੰਗ ਤਰੀਕੇ ਵਰਤੇ, ਕਈ ਕੁਛ ਉਹਨਾਂ ਨੇ ਕੀਤਾ, ਪਰ ਆਖਰਕਾਰ ਉਹਨਾਂ ਨੂੰ ਵੀ ਸੰਸਾਰ ਦੇ ਵਿੱਚੋਂ ਜਾਣਾ ਹੀ ਪਿਆ। ਕਹਿਣ ਲੱਗੇ ਸੋ ਛਿਨ ਟਪੇ ਨਾ ਕਰੇ ਉਪਾਇਆ। ਉਹ ਛਿਨ, ਉਹ ਸਮਾਂ ਟੱਪਦਾ ਨਹੀਂ ਹੈ, ਭਾਵੇਂ ਬੰਦਾ ਕਈ ਤਰ੍ਹਾਂ ਦੇ ਯਤਨ ਵੀ, ਕਈ ਤਰ੍ਹਾਂ ਦੇ ਉਪਾਅ ਵੀ ਕਰ ਲਵੇ, ਕਈ ਤਰੀਕਿਆਂ ਦੀ ਉਹ ਆਪਣੀ ਸੁਰੱਖਿਆ ਕਰ ਲਵੇ, ਪਰ ਉਹ ਜਿਹੜਾ ਸਮਾਂ ਹੈ ਨਾ ਉਹ ਕਦੇ ਟੱਪਦਾ ਨਹੀਂ ਹੈ। ਔਰ ਮਨੁੱਖ ਭਰਮ ਕਰਦਾ ਹੈ, ਮਾਇਆ ਦੇ ਵਿੱਚ, ਮੋਹ ਦੇ ਵਿੱਚ ਪੈ ਕਰਕੇ ਸਾਰੀ ਜ਼ਿੰਦਗੀ ਦੌੜਦਾ, ਇਕੱਠਿਆ ਕਰਦਾ, ਕੋਈ ਕੁਛ ਕਰਦਾ ਹੈ, ਪਰ ਆਖਰਕਾਰ ਕੁਛ ਵੀ ਕੋਲ ਹੋਵੇ ਸੰਸਾਰ ਦੇ ਵਿੱਚੋਂ ਜਾਣਾ ਹੀ ਪੈਣਾ ਹੈ। ਔਰ ਕਹਿਣ ਲੱਗੇ ਕਿ ਕਾਰਨ ਜਿਹੜਾ ਹੈ ਇਹ ਤਾਂ ਬਹੁਤ ਵੱਡੀ ਗੱਲ ਨਹੀਂ ਹੈ। ਕਾਰਨ ਕੀ ਬਣਿਆ ਇਹ ਵੱਡੀ ਗੱਲ ਨਹੀਂ ਹੈ, ਇਹ ਤਾਂ ਮੌਤ ਨੇ ਕੋਈ ਵੀ ਕਾਰਨ ਬਣਾ ਦੇਣਾ। ਜਦੋਂ ਸਮਾਂ ਆ ਗਿਆ ਨਾ ਉਦੋਂ ਕਾਰਨ ਬਣ ਵੀ ਜਾਣਾ ਹੈ। ਕਾਰਨ ਜਿਹੜਾ ਹੈ ਇਹ ਬਹੁਤ ਵੱਡੀ ਗੱਲ ਨਹੀਂ ਹੈ। ਵੱਡੀ ਗੱਲ ਇਹ ਹੈ ਕਿ ਸਮਾਂ ਆ ਗਿਆ ਹੈ, ਸਵਾਸ ਜਿਤਨੇ ਲਿਖੇ ਭੋਗ ਲਏ ਹਨ, ਹੁਣ ਤਾਂ ਸੰਸਾਰ ਦੇ ਵਿੱਚੋਂ ਜਾਣਾ ਹੀ ਸੀਗਾ। ਔਰ ਜੋ ਫਿਰ ਵਿਦ ਕਰਤੇ ਨੇ, ਵਿਧਾਤਾ ਨੇ ਲਿਖ ਦਿੱਤੀ ਹੈ, ਬਣਾ ਦਿੱਤੀ ਹੈ। ਜੋ ਵਿਦ ਕਰਤ ਸਹਿ ਸਿਰ ਸੋਈ। ਜਿਹੜਾ ਕੋਈ ਗੁਰੂ ਕਾ ਪਿਆਰਾ ਹੈ, ਮਾਲਕ ਦੇ ਹੁਕਮ ਦੇ ਵਿੱਚ, ਉਹ ਸਤ ਵਚਨ ਕਰਕੇ ਉਹਨੂੰ ਮੰਨ ਲੈਂਦਾ ਹੈ, ਪ੍ਰਵਾਨ ਕਰ ਲੈਂਦਾ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਇਹ ਮੰਨਣਾ ਹੀ ਪੈਣਾ ਹੈ ਪਰਮੇਸ਼ਰ ਦਾ ਭਾਣਾ, ਮਾਲਕ ਦੀ ਰਚਨਾ ਜੋ ਉਹ ਕਰ ਰਿਹਾ ਹੈ ਉਹਦੇ ਅਨੁਸਾਰ ਚੱਲਣਾ ਹੀ ਪੈਂਦਾ ਹੈ। ਕਹਿਣ ਲੱਗੇ ਜੋ ਵਿਦ ਕਰਤ ਸਹਿ ਸਿਰ ਸੋਈ। ਜਿਹੜੀ ਵਿਧੀ ਕਰਤੇ ਨੇ ਲਿਖ ਦਿੱਤੀ ਹੈ ਉਹ ਮਨੁੱਖ ਨੂੰ ਸਹਿਣੀ ਹੀ ਪੈਂਦੀ ਹੈ। ਔਰ ਸਾਰੀ ਕ੍ਰਿਤ ਪਰਮੇਸ਼ਰ ਦੀ ਹੈ। ਸਾਰੀ ਜਿਹੜੀ ਇਹ ਖੇਡ ਹੈ ਨਾ, ਕਦੇ ਕੋਈ ਪੈਦਾ ਹੋ ਰਿਹਾ, ਕੋਈ ਸੰਸਾਰ ਤੋਂ ਜਾ ਰਿਹਾ ਹੈ, ਕਰੋੜਾਂ ਹੀ ਉਹਦੇ ਹੁਕਮ ਦੇ ਵਿੱਚ ਆ ਰਹੇ ਹਨ ਤੇ ਕਰੋੜਾਂ ਹੀ ਰੋਜ਼ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਾ ਰਹੇ ਹਨ। ਇਹ ਉਹਦੀ ਖੇਡ ਹੈ, ਕੋਈ ਆ ਰਿਹਾ ਹੈ, ਕੋਈ ਜਾ ਰਿਹਾ ਹੈ। ਕਹਿਣ ਲੱਗੇ ਸਤਿਗੁਰਾਂ ਨੇ ਬਚਨ ਕੀਤਾ ਕਿ ਭਾਈ ਕ੍ਰਿਤ ਪਰਮੇਸ਼ਰ ਕੀ ਸਭ ਜਾਣੈ। ਸਾਰੀ ਇਹ ਪਰਮੇਸ਼ਰ ਦੀ ਕਿਰਤ ਹੈ ਤੇ ਗੁਰੂ ਕੇ ਪਿਆਰੇ ਸਾਰਾ ਕੁਛ ਜਾਣਦੇ ਹਨ। ਔਰ ਜਿਹੜਾ ਕੁਛ ਹੋਰ ਕਰਦਾ ਹੈ ਜਾਂ ਕਿਸੇ ਨੂੰ ਹੋਰ ਨੂੰ ਦੋਸ਼ ਦਿੰਦਾ ਹੈ ਜਾਂ ਕਿਸੇ ਦੇ ਹੋਰ ਚੱਕਰਾਂ ਦੇ ਵਿੱਚ ਪੈ ਜਾਂਦਾ ਹੈ ਕਿ ਸ਼ਾਇਦ ਇਹਨੇ ਕਰ ਦਿੱਤਾ, ਇਹਨੇ ਕਰ ਦਿੱਤਾ, ਪਾਤਸ਼ਾਹ ਜੀ ਵਚਨ ਕਰ ਰਹੇ ਹਨ। ਕਹਿਣ ਲੱਗੇ ਕਿ ਭਾਈ ਕਾਰਨ ਬਣਦਾ ਹੈ, ਬਸ ਇੱਕ ਤਰੀਕਾ ਬਣ ਜਾਂਦਾ ਹੈ, ਪਰ ਕਰੇ ਅਪਰ ਇਹ ਮੂਰਖ ਮਨ ਹੈ। ਜਿਹੜਾ ਕੋਈ ਕਿਸੇ ਤੇ ਦੋਸ਼ ਲਾਉਂਦਾ ਹੈ ਇੱਕ ਤਰ੍ਹਾਂ ਦੀ ਮੂਰਖਤਾ ਹੈ। ਕਰਨ ਵਾਲਾ ਅਕਾਲ ਪੁਰਖ ਹੀ ਹੈ ਤੇ ਉਹਦੇ ਹੁਕਮ ਦੇ ਵਿੱਚ ਹੀ ਮਨੁੱਖ ਨੂੰ ਸੁੱਖ ਵੀ ਪ੍ਰਾਪਤ ਹੁੰਦਾ ਹੈ, ਆਨੰਦ, ਸਹੂਲਤਾਂ, ਸਾਰਾ ਕੁਛ ਉਸ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੈ। ਤੇ ਦੁੱਖ ਸੁੱਖ ਤੇ ਦੁੱਖ ਵੀ ਸੰਸਾਰ ਦੇ ਵਿੱਚ ਕਦੇ ਜ਼ਿੰਦਗੀ ਦੇ ਵਿੱਚ ਵਾਧਾ ਪੈਂਦਾ ਹੈ, ਕਦੇ ਘਾਟਾ ਪੈਂਦਾ ਹੈ, ਕਦੇ ਦੁੱਖ ਆਉਂਦਾ ਹੈ, ਕਦੇ ਸੁੱਖ ਆਉਂਦਾ ਹੈ, ਕਦੇ ਚੜ੍ਹਾਈ ਹੁੰਦੀ ਹੈ, ਕਈ ਵਾਰੀ ਬੰਦਾ ਥੱਲੇ ਵੀ ਡਿੱਗਦਾ ਹੈ, ਕਈ ਵਾਰੀ ਬਹੁਤ ਵੱਡਾ ਮਾਣ ਸਨਮਾਨ ਹੁੰਦਾ ਹੈ, ਕਈ ਵਾਰੀ ਬੇਪੱਤ ਵੀ ਸੰਸਾਰ ਦੇ ਵਿੱਚ ਮਨੁੱਖ ਹੁੰਦਾ ਹੈ। ਇਹ ਸਾਰਾ ਕੁਛ ਦੇਣ ਵਾਲਾ ਇਹ ਪਰਮੇਸ਼ਰ ਅਕਾਲ ਪੁਰਖ ਹੈ। ਔਰ ਇਸ ਕਰਕੇ ਹੀ ਭਾਈ ਉਸ ਮਾਲਕ ਤੇ ਭਰੋਸਾ ਰੱਖੋ, ਉਹਦੇ ਚਰਨਾਂ ਦੇ ਨਾਲ ਜੁੜੋ, ਉਹਦੇ ਚਰਨਾਂ ਦੇ ਵਿੱਚ ਸਾਰਾ ਕੁਛ ਮੰਗੋ। ਅਪਰ ਨਹੀਂ ਕੋ ਜਗਤ ਮਝਾਰਾ। ਉਸ ਪਰਮੇਸ਼ਰ ਨੂੰ ਛੱਡ ਕੇ ਹੋਰ ਕੋਈ ਵੀ ਉਹਦੇ ਬਰਾਬਰ ਜਗਤ ਦੇ ਵਿੱਚੋਂ ਕੋਈ ਵੀ ਕੁਛ ਦੇਣ ਵਾਲਾ ਲੈਣ ਵਾਲਾ ਨਹੀਂ ਹੈ। ਖੁਸ਼ੀਆਂ, ਆਨੰਦ, ਖੇੜਾ ਔਰ ਸੁੱਖ ਦੁੱਖ ਉਹਦੇ ਹੁਕਮ ਦੇ ਵਿੱਚ ਹੀ ਚੱਲਦਾ ਹੈ। ਕੌਣ ਮਾਲਕ ਨੂੰ ਛੱਡ ਕੇ ਬਚਾਉਣ ਵਾਲਾ ਤੇ ਮਾਰਨ ਵਾਲਾ ਹੈ? ਉਹਦੀ ਰਚਨਾ ਹੈ। ਸਕਲ ਸਤ ਜਾਣਤ ਹੈ ਕੌਣ। ਤੇ ਸਾਰੇ ਪਰਮੇਸ਼ਰ ਦੇ ਪਿਆਰੇ
ਮਾਲਕ ਦੇ ਚਰਨਾਂ ਦੇ ਨਾਲ ਜਿਹੜੇ ਜੁੜੇ ਹੋਏ ਹਨ। ਸਕਲ ਸੰਤ ਜਾਣਤ ਹੈ ਤੌਣ, ਉਸ ਮਾਲਕ ਨੂੰ ਹੀ ਸਿਰਮੌਰ ਜਾਣਦੇ ਹਨ। ਜਿਨ ਕੇ ਕੋ ਲਾਠੀ ਹਨ। ਔਰ ਕਵੀ ਜੀ ਨੇ ਫਿਰ ਇੱਥੇ ਇੱਕ ਦੋ ਉਦਾਹਰਨਾਂ ਦਿੱਤੀਆਂ ਹਨ। ਕਹਿਣ ਲੱਗੇ ਮਨੁੱਖ ਦਾ ਸੁਭਾਅ, ਬੰਦੇ ਦੀ ਜਿਹੜੀ ਫਿਤਰਤ ਹੈ ਉਹ ਪਸ਼ੂਆਂ ਵਾਲੀ ਹੈ, ਜਾਨਵਰਾਂ ਵਾਲੀ ਹੈ। ਮਨੁੱਖ ਦੀ ਸੋਚਣੀ, ਮਨੁੱਖ ਦੀ ਸਮਝਣ ਦੀ ਸ਼ਕਤੀ। ਜਿਮ ਕੇਹਰ ਕੋ ਲਾਠੀ ਹਾਨੇ, ਕੁਝ ਮਨੁੱਖਾਂ ਦੀ ਬਿਰਤੀ ਸ਼ੇਰ ਵਰਗੀ ਹੈ ਅਤੇ ਕੁਝ ਜਾਣਿਆਂ ਦੀ ਜਿਹੜੀ ਬਿਰਤੀ ਹੈ ਉਹ ਕੁੱਤੇ ਵਰਗੀ ਹੈ। ਕਹਿਣ ਲੱਗੇ ਜਿਮ ਕੇਹਰ ਕੋ ਲਾਠੀ ਹਾਨੇ, ਜਿਵੇਂ ਕਈ ਵਾਰ ਜੇ ਲਾਠੀ, ਜੇ ਇੱਕ ਸੋਟਾ ਸ਼ੇਰ ਨੂੰ ਮਾਰਿਆ ਜਾਵੇ ਤੇ ਸ਼ੇਰ ਜਿਹੜਾ ਇੱਕਦਮ ਜਿਹਨੇ ਵਾਰ ਕੀਤਾ ਹੈ, ਜਿਹਨੇ ਸੋਟੀ ਮਾਰੀ ਹੈ, ਉਹ ਕਈ ਵਾਰੀ ਸ਼ੇਰ ਉਹਦੇ 'ਤੇ ਹਮਲਾ ਕਰਦਾ ਹੈ, ਉਹਨੂੰ ਖਤਮ ਕਰ ਦਿੰਦਾ ਹੈ। ਸ਼ੇਰ ਜਿਹੜਾ ਹੈ ਉਹ ਜਿਸ ਨੇ ਸੋਟੀ ਮਾਰੀ ਹੈ ਉਹਦੇ ਵੱਲ ਦੇਖਦਾ ਹੈ। ਤੇ ਕਈ ਵਾਰ ਆਪਾਂ ਦੇਖਦੇ ਹਾਂ ਕਿ ਜੇ ਕੁੱਤੇ ਨੂੰ ਕੋਈ ਸੋਟੀ ਮਾਰੇ, ਕੁੱਤੇ ਨੂੰ ਆਪਾਂ ਦੇਖਦੇ ਨੇ ਕਈ ਵਾਰੀ ਰੋੜਾ ਮਾਰ ਦਿੱਤਾ ਜਾਵੇ ਜਾਂ ਸੋਟੀ ਮਾਰ ਦਿੱਤੀ ਜਾਵੇ। ਜੇ ਕੂਕਰ ਕੋ ਮਾਰਤ ਕੋਈ, ਜੇ ਕਦੇ ਕੋਈ ਕੁੱਤੇ ਨੂੰ ਮਾਰਦਾ ਹੈ ਤੇ ਕੁੱਤਾ ਸਮਝਦਾ ਹੈ ਕਿ ਇਹ ਸੋਟੇ ਦਾ ਦੋਸ਼ ਹੈ, ਸੋਟੇ ਨੇ ਮੈਨੂੰ ਮਾਰਿਆ ਹੈ। ਤੇ ਕੁੱਤਾ ਕਈ ਵਾਰੀ ਸੋਟੇ ਨੂੰ ਮੂੰਹ ਦੇ ਵਿੱਚ ਪਾ ਕੇ ਤੇ ਭੱਜਦਾ ਹੈ, ਸਾਰਾ ਗੁੱਸਾ ਜਿਹੜਾ ਸੋਟੇ 'ਤੇ ਕੱਢ ਦਿੰਦਾ ਹੈ ਕਿ ਸੋਟੇ ਨੇ ਮੈਨੂੰ ਸੱਟ ਮਾਰੀ ਹੈ। ਪਰ ਉਹ ਇਹ ਨਹੀਂ ਦੇਖਦਾ ਸੋਟਾ ਮੇਰੇ ਵੱਜਿਆ, ਪਰ ਇਹਨੂੰ ਚਲਾਉਣ ਵਾਲਾ, ਇਹਨੂੰ ਮਾਰਨ ਵਾਲਾ ਤਾਂ ਪਿੱਛੇ ਹੈ। ਪਰ ਕੁੱਤਾ ਜਿਹੜਾ ਹੈ ਨਾ, ਉਹ ਸੋਟੇ ਨੂੰ ਪਕੜੀ ਰੱਖਦਾ ਹੈ, ਗੁੱਸੇ ਦੇ ਨਾਲ ਸੋਟੇ ਨੂੰ ਖਿੱਚੀ ਜਾਂਦਾ ਹੈ, ਸਾਰਾ ਗੁੱਸਾ ਸੋਟੇ 'ਤੇ ਕੱਢ ਦਿੰਦਾ ਹੈ। ਇਹ ਸਮਝਾ ਰਹੇ ਹਨ ਕਵੀ ਜੀ ਜਾਂ ਪਾਤਸ਼ਾਹ ਜੀ ਨੇ ਉਦਾਹਰਨ ਦਿੱਤੀ ਸੰਗਤਾਂ ਨੂੰ ਕਿ ਅਸਲ ਦੇ ਵਿੱਚ ਸੋਟਾ ਮਾਰਨ ਵਾਲਾ ਨਾ, ਜਿਹੜਾ ਸੰਸਾਰ ਤੋਂ ਲਿਜਾਣ ਵਾਲਾ, ਉਹ ਤਾਂ ਪਰਮੇਸ਼ਰ ਹੀ ਹੈ। ਇਹ ਜਿਹੜਾ ਸੋਟਾ ਵੱਜਾ ਇੱਕ ਕਾਰਨ ਹੈ, ਕਰਤਾ ਕੋਈ ਹੋਰ ਹੈ ਤੇ ਕਾਰਨ ਕੁਛ ਹੋਰ ਹੈ। ਕਰਤਾ ਪਿੱਛੇ ਹੈ ਤੇ ਜਿਸ ਤਰ੍ਹਾਂ ਕੁੱਤਾ ਜਿਹੜਾ ਹੈ ਉਹ ਸੋਟੇ ਨੂੰ ਫੜੀ ਰੱਖਦਾ, ਸੋਟੇ 'ਤੇ ਗੁੱਸਾ ਕੱਢੀ ਜਾਂਦਾ ਹੈ, ਇਸੇ ਤਰ੍ਹਾਂ ਬੰਦਾ ਕਾਰਨ ਬਾਰੇ ਬਹੁਤਾ ਸੋਚਦਾ ਹੈ ਕਿ ਕਾਰਨ ਆ ਬਣਿਆ, ਇਹਨੇ ਬਣਾਇਆ ਇਸ ਤਰ੍ਹਾਂ, ਪਰ ਪਿੱਛੇ ਜਿਹੜਾ ਖੇਡ ਵਰਤਾਉਣ ਵਾਲਾ ਤਾਂ ਪਰਮੇਸ਼ਰ ਅਕਾਲ ਪੁਰਖ ਹੈ। ਉਹਦੇ ਹੁਕਮ ਦੇ ਵਿੱਚ, ਉਹਦੇ ਭਾਣੇ ਦੇ ਵਿੱਚ, ਉਹਦੀ ਰਜਾ ਦੇ ਵਿੱਚ ਸਾਰਾ ਕੁਝ ਚੱਲ ਰਿਹਾ ਹੈ। ਤੇ ਕਹਿਣ ਲੱਗੇ ਦੋਸ਼ ਲਸ਼ਟ ਕਾ ਜਾਣਤ ਸੋਈ, ਪਰ ਕੁੱਤਾ ਜਿਹੜਾ ਹੈ ਸਾਰਾ ਦੋਸ਼ ਡੰਡੇ ਦਾ ਗਿਣਦਾ ਹੈ ਕਿ ਡੰਡਾ ਮੈਨੂੰ ਵੱਜਿਆ ਹੈ ਤੇ ਡੰਡੇ ਨੂੰ ਮੂੰਹ 'ਚ ਪਾ ਕੇ ਤੇ ਗੁੱਸਾ ਕੱਢੀ ਜਾ ਰਿਹਾ ਹੈ। ਇਸੇ ਤਰ੍ਹਾਂ ਬੰਦਾ ਜਿਹੜਾ ਹੈ ਉਹ ਕਈ ਵਾਰੀ ਇੱਧਰ ਉੱਧਰ ਆਪਣਾ ਗੁੱਸਾ ਕੱਢਦਾ ਹੈ, ਪਰ ਵਿਧੀ ਵਿਧਾਨ ਲਿਖਣ ਵਾਲਾ, ਸਾਰਾ ਕੁਛ ਪੈਦਾ ਕਰਨ ਵਾਲਾ, ਖਤਮ ਕਰਨ ਵਾਲਾ ਅਕਾਲ ਪੁਰਖ ਨਿਰੰਕਾਰ ਹੈ। ਤੇ ਕੁੱਤਾ ਬੜੇ ਗੁੱਸੇ ਦੇ ਨਾਲ ਮੂੰਹ ਖੋਲ ਕੇ ਤੇ ਸੋਟੇ ਦੇ ਉੱਪਰ ਜ਼ੋਰ ਦੇ ਨਾਲ ਦੰਦ ਮਾਰਦਾ ਹੈ, ਸਾਰੇ ਗੁੱਸੇ ਦੇ ਨਾਲ ਸਾਰਾ ਬਲ ਲਾ ਦਿੰਦਾ ਹੈ। ਤੇ ਕੁੱਤਾ ਜਿੰਨੇ ਸੋਟਾ ਮਾਰਿਆ, ਜਿੰਨੇ ਸੋਟਾ ਚਲਾਇਆ ਹੈ, ਉਹਦੇ ਵੱਲ ਤਾਂ ਦੇਖਦਾ ਹੀ ਨਹੀਂ, ਬਸ ਸੋਟੇ ਦੇ ਪਿੱਛੇ ਭੱਜਾ ਫਿਰਦਾ ਹੈ। ਔਰ ਇਸੇ ਤਰ੍ਹਾਂ ਕਈ ਵਾਰੀ ਮਨੁੱਖ ਜਿਹੜਾ ਹੈ ਇਹ ਵੀ ਕੁੱਤੇ ਵਾਲੀ ਜਿਹੜੀ ਦ੍ਰਿਸ਼ਟੀ ਹੈ ਜਾਂ ਸੋਚ ਹੈ ਜਾਂ ਵਿਚਾਰ ਹੈ ਉਹਦਾ ਧਾਰਨੀ ਬਣ ਜਾਂਦਾ। ਸਾਰੇ ਜਿਹੜੇ ਦੋਸ਼ ਹੈ ਉਹ ਇੱਧਰ ਉੱਧਰ ਕੱਢਦਾ ਰਹਿੰਦਾ ਹੈ ਕਿ ਆਹ ਕਾਰਨ ਕਿਉਂ ਬਣ ਗਿਆ, ਐਸਾ ਨਹੀਂ ਸੀ ਹੋਣਾ ਚਾਹੀਦਾ, ਜਾਂ ਇੰਝ ਅਸੀਂ ਕਰ ਲੈਂਦੇ। ਕਈ ਤਰ੍ਹਾਂ ਦੇ ਕਾਰਨ ਬੰਦਾ ਵਿਚਾਰਦਾ ਹੈ। ਪਰ ਪਾਤਸ਼ਾਹ ਜੀ ਨੇ ਵਚਨ ਕੀਤਾ, ਕਹਿਣ ਲੱਗੇ ਸਵਾਨ ਦ੍ਰਿਸ਼ਟ ਇਹੋ ਮਨਮੁਖ ਧਾਰੈ। ਇਹ ਜਿਹੜਾ ਬੰਦਾ ਹੈ ਨਾ, ਇਹਨੇ ਸਵਾਨ ਵਾਲੀ ਜਿਹੜੀ ਬਿਰਤੀ ਹੈ ਉਹ ਧਾਰਨ ਕੀਤੀ ਹੈ। ਇਹ ਦੋਸ਼ ਨੂੰ ਅੱਗੇ ਰੱਖਦਾ ਹੈ ਤੇ ਜਿਹੜਾ ਕਰਤਾ ਹੈ ਉਹਦੇ ਨਾਲ ਨਹੀਂ ਜੁੜਦਾ। ਅਸਲ ਵਿੱਚ ਕਰਨ ਵਾਲਾ ਤਾਂ ਸਾਰਾ ਕੁਝ ਕਰਤਾ ਹੈ। ਔਰ ਫਿਰ ਕਲਪਦਾ ਹੈ, ਕਲਪੇ ਨਰਨ ਵਿਖੈ ਇਹ ਮਾਰੈ। ਤੇ ਕਹਿਣ ਲੱਗੇ ਕਿ ਫਿਰ ਅਨੇਕਾਂ ਤੇ ਦੋਸ਼, ਕਦੇ ਕਿਸੇ ਤੇ ਦੋਸ਼ ਲਾਉਂਦਾ ਹੈ। ਔਰ ਮਨੁੱਖ ਕਈ ਵਾਰ ਬੰਦੇ ਤੇ ਭਰੋਸਾ ਰੱਖ ਲੈਂਦਾ ਹੈ, ਕਿਸੇ ਮਨੁੱਖ ਤੇ, ਕਿ ਇਹੋ ਮੁਝ ਕੋ ਦੇਵਤ ਸੁਖ ਆਛੈ, ਕਿ ਇਹ ਬੰਦਾ ਮੈਨੂੰ ਸੁਖ ਦੇਵੇਗਾ ਜਾਂ ਇਹ ਬੰਦਾ ਮੇਰੇ ਕੰਮ ਆਏਗਾ। ਮਨੁੱਖ ਕਈ ਵਾਰੀ ਸੰਸਾਰ ਦੇ ਲੋਕਾਂ ਦੇ ਉੱਪਰ
ਟੇਕਾਂ ਰੱਖਦਾ ਏ, ਇਹ ਦੁੱਖ ਵੇਲੇ ਮੇਰੇ ਕੰਮ ਆਏਗਾ। ਬੜਾ ਵੱਡਾ ਆਸਰਾ ਰੱਖ ਲੈਂਦਾ ਹੈ, ਜੁੜ ਜਾਂਦਾ ਹੈ ਪਰਿਵਾਰ ਦੇ ਨਾਲ, ਮਿੱਤਰਾਂ ਦੇ ਨਾਲ, ਸਾਕ ਸੰਬੰਧੀਆਂ ਦੇ ਨਾਲ, ਮੇਰੇ ਕੰਮ ਆਉਣਗੇ। ਸਤਿਗੁਰਾਂ ਨੇ ਬਚਨ ਕੀਤਾ, ਮਾਨੁਖ ਕੀ ਟੇਕ ਵ੍ਰਿਥੀ ਸਭ ਜਾਨ ਦੇਵਨ ਕਉ। ਇੱਕ ਹੈ ਭਗਵਾਨ, ਇੱਕ ਕਰਤੇ ਦੇ ਨਾਲ ਜੁੜ। ਜਦੋਂ ਬੰਦਾ ਦੁਖੀ ਹੋਵੇ ਨਾ, ਜਦੋਂ ਚਿੰਤਾ ਦੇ ਵਿੱਚ ਕਿਤੇ ਫਸ ਜਾਏ, ਉਦੋਂ ਗੁਰਬਾਣੀ ਦੇ ਵਿੱਚ ਜੈਸਾ ਆਪਾਂ ਕਈ ਵਾਰੀ ਬਚਨ ਪੜ੍ਹਦੇ ਹਾਂ ਕਿ ਭਾਈ ਸੁਖਮੈ ਆਨ ਬਹੁਤ ਮਿਲ ਬੈਠਤ, ਰਹਿਤ ਚਾਹੂੰ ਦਿਸ ਘੇਰੈ, ਬਿਪਤ ਭਰੀ ਸਭ ਹੀ ਸੰਗ ਛਾੜਤ, ਕਉ ਨਾ ਆਵਤ ਨਿਰੈ। ਜਾ ਕਉ ਮੁਸ਼ਕਲ ਅਤ ਬਣੈ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤਤੀ ਭਾਉ। ਇਸ ਕਰਕੇ ਪਾਤਸ਼ਾਹ ਜੀ ਦਾ ਬਚਨ ਹੈ, ਭਰੋਸਾ ਇੱਕ ਨਿਰੰਕਾਰ ਤੇ ਇੱਕ ਅਕਾਲ ਪੁਰਖ ਤੇ ਰੱਖੋ ਜੀ। ਔਰ ਮਨੁੱਖ ਸੋਚਦਾ ਹੈ ਇਹਦੇ ਕਰਕੇ ਮੈਨੂੰ ਸੁੱਖ ਮਿਲੇਗਾ, ਇਹਦੇ ਕਰਕੇ ਹੀ ਦੁੱਖ ਮਿਲ ਰਿਹਾ ਹੈ। ਔਰ ਜਿਹੜਾ ਗੁਰਮੁਖ ਜਾਣੈ ਨਾ ਪਰਮੇਸ਼ਰ ਦਾ ਪਿਆਰਾ, ਉਹ ਸ਼ੇਰ ਵਾਲੀ ਦ੍ਰਿਸ਼ਟੀ ਧਾਰਨ ਕਰਦਾ ਹੈ। ਉਹ ਨਹੀਂ ਦੇਖਦਾ ਕਿ ਇਹ ਜਿਹੜਾ ਸੋਟੇ ਦਾ ਗੁਨਾਹ ਹੈ, ਉਹ ਵੇਖਦਾ ਕਿ ਪਿੱਛੇ ਸੋਟਾ ਚਲਾਉਣ ਵਾਲਾ ਕੌਣ ਹੈ। ਇਸ ਤਰ੍ਹਾਂ ਜਿਹੜਾ ਗੁਰਮੁਖ ਹੈ ਉਹ ਕਾਰਨ ਨਹੀਂ ਦੇਖਦਾ, ਉਹ ਕਰਤੇ ਨੂੰ ਦੇਖਦਾ ਹੈ ਕਿ ਇਹਦੇ ਪਿੱਛੇ ਕਰਤਾ ਕੌਣ ਹੈ, ਇਹਨੂੰ ਇਹ ਹੋਇਆ ਕਿਹਦੇ ਕਰਕੇ ਸਾਰਾ ਕੁਝ। ਇਸ ਕਰਕੇ ਗੁਰਮੁਖਾਂ ਵਾਲੀ ਜਿਹੜੀ ਦ੍ਰਿਸ਼ਟੀ ਹੈ ਉਹ ਪਰਮੇਸ਼ਰ ਦੇ ਪਿਆਰੇ ਦੀ ਹੈ। ਤੇ ਗੁਰੂ ਕਾ ਪਿਆਰਾ ਦੁੱਖ ਤੇ ਸੁੱਖ ਇਹ ਕਰਤਾਰ ਦੇ, ਪਰਮੇਸ਼ਰ ਦੇ, ਅਕਾਲ ਪੁਰਖ ਦੇ ਜਾਣਦਾ ਹੈ। ਜੇ ਸੁੱਖ ਮਿਲਿਆ ਹੈ ਇਹ ਵੀ ਕਰਤੇ ਦੀ ਦੇਣ ਹੈ, ਤੇ ਜੇ ਦੁੱਖ ਵੀ ਮਿਲ ਗਿਆ ਹੈ ਨਾ, ਤੇ ਦੁੱਖ ਵੀ ਮਾਲਕ ਦੀ ਦਾਤ ਹੈ। ਜਿਸ ਤਰ੍ਹਾਂ ਆਪਾਂ ਬਚਨ ਪੜ੍ਹਦੇ ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਦਾ, ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ। ਕਈਆਂ ਨੂੰ ਦੁੱਖਾਂ ਤੇ ਭੁੱਖਾਂ ਦੀ ਮਾਰ ਪੈ ਰਹੀ ਹੈ ਸੰਸਾਰ ਦੇ ਵਿੱਚ, ਦੁੱਖ ਤੇ ਭੁੱਖ ਪਈ ਹੋਈ ਹੈ। ਜੇ ਦੁੱਖ ਤੇ ਭੁੱਖ ਆਈ ਹੈ ਤੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ, ਹੇ ਪਰਮਾਤਮਾ, ਹੇ ਅਕਾਲ ਪੁਰਖ ਜੀ, ਜਿੱਥੇ ਤੁਸੀਂ ਬੰਦੇ ਨੂੰ, ਮਨੁੱਖ ਨੂੰ ਆਨੰਦ, ਖੁਸ਼ੀਆਂ, ਖੇੜੇ ਬਖਸ਼ਦੇ ਹੋ, ਉੱਥੇ ਜੇ ਸੁੱਖ ਅਨੇਕਾਂ ਤਰ੍ਹਾਂ ਦੇ ਕਈਆਂ ਸਾਲਾਂ ਤੋਂ ਅਸੀਂ ਭੋਗ ਰਹੇ ਹਾਂ, ਤੇ ਜੇ ਸੁੱਖ ਮਾਲਕ ਦੀ ਦਾਤ ਹੈ, ਇਹ ਪੇ ਦਾਤ ਤੇਰੀ ਦਾਤਾਰ। ਜੇ ਅੱਜ ਜ਼ਿੰਦਗੀ ਦੇ ਵਿੱਚ ਦੁੱਖ ਵੀ ਆ ਗਿਆ ਹੈ, ਇਹ ਮਾਲਕ ਜੀ ਇਹ ਵੀ ਤੁਹਾਡੀ ਦੇਣ ਹੈ। ਤੇ ਗੁਰੂ ਕੇ ਪਿਆਰੇ ਦੁੱਖ ਨੂੰ ਵੀ ਦਾਤ ਸਮਝਦੇ ਹਨ। ਇਹ ਪੇ ਦਾਤ ਤੇਰੀ ਦਾਤਾਰ, ਇਹ ਵੀ ਮਾਲਕ ਦੀ ਦਾਤ ਹੈ। ਗੁਰੂ ਕੇ ਪਿਆਰੇ ਤਾਂ ਦੁੱਖਾਂ ਨੂੰ ਵੀ ਪਰਮੇਸ਼ਰ ਦੀ ਦਾਤ ਕਰਕੇ ਜਾਣਦੇ ਹਨ। ਦਾਤ ਕਈ ਵਾਰੀ ਗੁਰਬਾਣੀ ਦੇ ਵਿੱਚ ਤਾਂ ਜਿਹੜੇ ਦੁੱਖ ਹੈ ਉਹਨਾਂ ਨੂੰ ਸੁੱਖਾਂ ਦੇ ਨਾਲੋਂ ਚੰਗਾ ਕਿਹਾ ਗਿਆ ਹੈ। ਕਿਉਂ? ਹੇ ਮਾਲਕ ਜੀ, ਜਦੋਂ ਸੁੱਖ ਬਹੁਤੇ ਆ ਜਾਂਦੇ ਹਨ, ਅਸੀਂ ਬੰਦਗੀ ਦੇ ਨਾਲੋਂ ਟੁੱਟ ਜਾਂਦੇ ਹਾਂ, ਸੇਵਾ ਦੇ ਨਾਲੋਂ ਟੁੱਟ ਜਾਂਦੇ ਹਾਂ। ਜਦੋਂ ਸੁੱਖ ਬਹੁਤਾ ਆ ਗਿਆ, ਬੰਦਾ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ। ਕੀ ਹਨ ਜਿਹਦੇ ਕਰਕੇ ਵਾਹਿਗੁਰੂ ਵਾਹਿਗੁਰੂ ਚੇਤੇ ਆਉਂਦਾ ਹੈ, ਪਰਮੇਸ਼ਰ ਚੇਤੇ ਆਉਂਦਾ ਹੈ, ਗੁਰੂ ਦਾ ਦੁਆਰਾ ਦਿਸਦਾ ਹੈ। ਮਾਇਆ ਧਾਰੀ ਨੂੰ ਤਾਂ ਗੁਰੂ ਦਾ ਦੁਆਰਾ ਹੀ ਨਹੀਂ ਦਿਸਦਾ, ਉਹਨੂੰ ਗੁਰੂ ਘਰ ਸੰਗਤ ਦੀ ਕਦਰ ਹੀ ਕੋਈ ਨਹੀਂ ਹੈ। ਜਿਹੜਾ ਜਿਹਦੇ ਕੋਲ ਬਹੁਤੇ ਸੁੱਖ ਆਨੰਦ ਹਨ, ਉਹ ਆਖਦਾ ਮੇਰੇ ਕੋਲ ਤਾਂ ਸਮਾਂ ਹੀ ਨਹੀਂ 5 ਮਿੰਟ ਦਾ ਵੀ ਆਉਣ ਦਾ। ਇਸ ਕਰਕੇ ਦੁੱਖ ਹੀ ਹਨ ਜਿਹੜੇ ਫਿਰ ਬੰਦੇ ਨੂੰ ਪਰਮੇਸ਼ਰ ਦੇ ਚਰਨਾਂ ਦੇ ਨਾਲ ਵੀ ਜੋੜਦੇ ਹਨ। ਇਸ ਕਰਕੇ ਗੁਰੂ ਕੇ ਪਿਆਰਿਆਂ ਨੇ ਤਾਂ ਦੁੱਖਾਂ ਨੂੰ ਸਗੋਂ ਸੁੱਖਾਂ ਦੇ ਨਾਲੋਂ ਵੱਡੀ ਦਾਤ ਆਖਿਆ ਹੈ। ਇਹਦੇ ਕਰਕੇ ਹੀ ਜਿਹੜਾ ਮਨੁੱਖ ਹੈ ਮਾਲਕ ਦੇ ਚਰਨਾਂ ਦੇ ਨਾਲ ਜੁੜਦਾ ਹੈ। ਰਹੋ ਵਿਚਾਰ। ਹੁਣ ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਸੁਖਦ ਦੁਖਦ ਜਾਣੇ ਕਰਤਾ ਰਹਿ। ਕਹਿਣ ਲੱਗੇ ਦੁੱਖ ਤੇ ਸੁੱਖ ਇਹ ਮਾਲਕ ਦੇ ਪੈਦਾ ਕੀਤੇ ਹੋਏ ਹਨ, ਔਰ ਮਨੁੱਖ ਦੇ ਕਰਕੇ ਰਾਗ ਕਹਿਣ ਤੋਂ ਭਾਵ ਆਨੰਦ, ਖੇੜਾ ਤੇ ਦਵੈਖ, ਈਰਖਾ ਜਾਂ ਦੁੱਖ ਇਹ ਮਨੁੱਖ ਦੇ ਕਰਕੇ ਨਹੀਂ ਪੈਦਾ ਹੁੰਦੇ ਹਨ। ਔਰ ਜਿਹੜੇ ਪਰਮੇਸ਼ਰ ਨੂੰ ਸਾਰਾ ਕੁਝ ਜਾਣਦੇ ਹਨ, ਮਾਲਕ ਦੇ ਚਰਨਾਂ ਦੇ ਨਾਲ ਜੁੜਦੇ ਹਨ, ਉਹਨਾਂ ਦਾ ਹਿਰਦਾ ਫਿਰ ਪਰਮੇਸ਼ਰ ਸ਼ਾਂਤ ਲਖੇ। ਪਰਮੇਸ਼ਰ ਸ਼ਾਂਤ ਅਦੁੱਤ ਜਿਹੜੇ ਮਾਲਕ ਨੂੰ ਸਾਰਾ ਕੁਝ ਕਰਨ ਵਾਲਾ ਜਾਣਦੇ ਹਨ,
ਉਹਨਾਂ ਦੇ ਅੰਦਰ ਆਪਣੇ ਆਪ ਹੀ ਸ਼ਾਂਤੀ ਪੈਦਾ ਹੋ ਜਾਂਦੀ ਹੈ। ਸਵਾਨ ਦ੍ਰਿਸ਼ਟ ਮੈਂ ਅਨਿਕ ਵਿਕਾਰ। ਤੇ ਪਰ ਜਦੋਂ ਸਵਾਨ ਵਾਲੀ ਦ੍ਰਿਸ਼ਟੀ ਹੋਵੇ, ਜਿਸ ਤਰ੍ਹਾਂ ਆਪਾਂ ਉਦਾਹਰਨ ਸਾਂਝੀ ਕੀਤੀ ਹੈ ਕਿ ਫਿਰ ਬੰਦਾ ਗੁਨਾਹਗਾਰਾਂ ਦੇ ਪਿੱਛੇ ਸਾਰੀ ਜ਼ਿੰਦਗੀ ਦੌੜਦਾ ਰਹਿੰਦਾ ਹੈ। ਕਦੇ ਆਖਦਾ ਉਹਦਾ ਗੁਨਾਹ ਹੈ, ਉਹਦੇ ਕਰਕੇ ਇੰਝ ਹੋਇਆ ਹੈ, ਉਹਦੇ ਕਰਕੇ ਇੰਝ ਹੋਇਆ ਹੈ। ਇਹ ਸਵਾਨ ਬਿਰਤੀ ਹੈ। ਔਰ ਜਿਸ ਤੇ ਅਨੇਕਾਂ ਤਰੀਕਿਆਂ ਦੇ ਨਾਲ ਸੰਸਾਰ ਦੇ ਵਿੱਚ ਬੰਦਾ ਦੌੜਦਾ ਹੈ, ਭੱਜਦਾ ਹੈ। ਜਿਸ ਤਰ੍ਹਾਂ ਕੁੱਤਾ ਜਿਹੜਾ ਹੈ ਉਹ ਸੋਟੀ ਦੇ ਮਗਰ ਭੱਜਦਾ ਰਹਿੰਦਾ ਹੈ ਕਿ ਇਹਨੇ ਮੇਰੇ ਸੱਟ ਮਾਰੀ ਹੈ, ਉਸੇ ਤਰ੍ਹਾਂ ਸਵਾਨ ਵਾਲੀ ਬਿਰਤੀ ਧਾਰਨ ਕਰਕੇ ਬੰਦਾ ਵੀ ਸੰਸਾਰ ਦੇ ਵਿੱਚ ਹਮੇਸ਼ਾ ਖੱਜਲ ਖੁਆਰ ਹੁੰਦਾ ਹੈ। ਹੇ ਰਾਏ ਜੋਧ, ਇਸ ਤਰ੍ਹਾਂ ਪਰਮੇਸ਼ਰ ਦੀ ਕੀਰਤੀ ਨੂੰ ਸਮਝੋ। ਮਾਲਕ ਦਾ ਜਿਹੜਾ ਹੁਕਮ ਹੈ ਬੜਾ ਪ੍ਰਬਲ ਹੈ, ਬੜਾ ਵੱਡਾ ਹੈ, ਬੜਾ ਵਿਸ਼ਾਲ ਹੈ। ਉਹਦੇ ਅੱਗੇ ਕੋਈ ਨਹੀਂ ਅੜਦਾ, ਸਿਰਫ ਇੱਕ ਕਾਰਨ ਹੀ ਬਣਦਾ ਹੈ। ਔਰ ਬਾਬਾ ਗੁਰਦਿੱਤਾ ਜੀ ਦੇ ਨਾਲ ਵੀ ਐਸੀ ਹੀ ਘਟਨਾ ਵਾਪਰੀ ਹੈ। ਐਸਾ ਹੀ ਇੱਕ ਜਾਣ ਦਾ ਕਾਰਨ ਉਹ ਵਿਧਾਤੇ ਨੇ, ਪਰਮੇਸ਼ਰ ਨੇ ਹੀ ਐਸਾ ਲਿਖਿਆ ਹੈ। ਜਿਸ ਤਰ੍ਹਾਂ ਪ੍ਰਭੂ ਮਾਲਕ ਚਾਹੁੰਦਾ ਹੈ, ਉਸੇ ਤਰ੍ਹਾਂ ਸੰਸਾਰ ਦੇ ਵਿੱਚ ਹੁੰਦਾ ਹੈ। ਤੇ ਬਾਕੀ ਹੋਰ ਸਾਰਾ ਕੁਝ ਜਿਹੜਾ ਅਸੀਂ ਇੱਧਰ ਉੱਧਰ ਦਾ ਵਿਚਾਰਦੇ ਹਾਂ ਕਿ ਇੰਝ ਹੋਣਾ ਚਾਹੀਦਾ ਸੀ, ਇੰਝ ਕਿਉਂ ਨਹੀਂ ਹੋਇਆ ਜਾਂ ਇੰਝ ਹੋ ਜਾਂਦਾ, ਇਹ ਸਾਰਾ ਕੁਝ ਕੱਚਾ ਹੈ। ਹੁਣ ਇਹਦਾ ਕੋਈ ਫਾਇਦਾ ਨਹੀਂ ਹੈ ਸੋਚਣ ਦਾ, ਵਿਚਾਰਨ ਦਾ। ਦੇਖੋ ਕਈ ਵਾਰੀ ਬੰਦਾ ਤੁਰ ਜਾਂਦਾ ਨਾ, ਜਦੋਂ ਚਲੇ ਜਾਂਦਾ ਹੈ, ਆਪਾਂ ਸਾਰੇ ਫਿਰ ਵਿਚਾਰ ਕਰਦੇ ਹਾਂ ਕਈ ਵਾਰੀ ਬੈਠ ਕੇ ਕਿ ਇੰਝ ਕਰ ਲੈਂਦੇ, ਜੇ ਪਹਿਲਾਂ ਪਤਾ ਹੁੰਦਾ ਤੇ ਇੰਝ ਕਰ ਲੈਂਦੇ, ਇੰਝ ਨਾ ਹੋਣ ਦਿੰਦੇ। ਪਰ ਸਤਿਗੁਰਾਂ ਨੇ ਬਚਨ ਕੀਤਾ ਇਹ ਸਾਰੀਆਂ ਕੱਚੀਆਂ ਗੱਲਾਂ ਹਨ। ਅਸਲ ਦੇ ਵਿੱਚ ਕਰਤੇ ਨੇ ਜੈਸਾ ਲਿਖਿਆ ਹੈ ਉਸੇ ਤਰ੍ਹਾਂ ਸੰਸਾਰ ਦੇ ਵਿੱਚ ਹੁੰਦਾ ਹੈ। ਔਰ ਰਾਏ ਜੋਧ ਜੀ ਦਾ ਸਤਿਗੁਰਾਂ ਦੇ ਨਾਲ ਬਹੁਤ ਵੱਡਾ ਸਨੇਹ ਹੈ, ਬਾਬਾ ਗੁਰਦਿੱਤਾ ਜੀ ਦੇ ਨਾਲ ਬਹੁਤ ਵੱਡਾ ਪਿਆਰ ਹੈ। ਤੇ ਉਹਨਾਂ ਦੇ ਅੰਤ ਵੇਲੇ ਪਹੁੰਚਿਆ ਹੋਇਆ ਗੁਰੂ ਕੇ ਬਚਨ ਸੁਣ ਕੇ ਸੁਨਤ ਜੋਧ ਬੋਲਿਓ ਦ੍ਰਿਗ ਬਾਰੀ, ਬੜੀ ਬੈਰਾਗ ਦੇ ਨਾਲ ਫਿਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੋਲਦਾ ਹੈ। ਹੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਤੁਸੀਂ ਸੱਚ ਆਖਿਆ ਹੈ, ਤੁਸੀਂ ਸੱਚ ਸਾਰਾ ਕੁਝ ਉਚਾਰਨ ਕੀਤਾ ਹੈ, ਬਿਲਕੁਲ ਸਹੀ ਹੈ। ਕਾਰਨ ਬਣਦਾ ਹੈ ਬੰਦਾ ਕਈ ਕੁਝ ਸੋਚਦਾ ਵਿਚਾਰਦਾ ਹੈ, ਪਰ ਹੋਣਾ ਤਾਂ ਉਹੀ ਹੈ ਜੋ ਕਰਤੇ ਨੂੰ ਮਨਜ਼ੂਰ ਹੈ। ਇਹ ਪਾਤਸ਼ਾਹ ਜਿਹਦੇ ਉੱਪਰ ਆਪ ਜੀ ਦੀ ਬਖਸ਼ਿਸ਼ ਮਿਹਰ ਹੁੰਦੀ ਹੈ। ਪਰਮੇਸ਼ਰ ਦੀ ਰਚਨਾ ਕੀ ਹੈ, ਉਹਦਾ ਕੀ ਢੰਗ ਹੈ, ਕਿਸ ਤਰ੍ਹਾਂ ਉਹ ਪੈਦਾ ਕਰਦਾ ਹੈ, ਕਿਸ ਤਰ੍ਹਾਂ ਲੈ ਕੇ ਜਾਂਦਾ ਹੈ, ਉਹਦੀ ਹੁਕਮ ਦੇ ਵਿੱਚ, ਉਹਦੀ ਰਜਾ ਦੇ ਵਿੱਚ ਚੱਲਣਾ ਕਿਵੇਂ ਹੈ। ਇਹ ਪਾਤਸ਼ਾਹ ਇਸ ਮਾਰਗ ਕੋ ਬੂਝੈ ਸੋਏ, ਕਹਿਣ ਲੱਗੇ ਜਿਹਦੇ ਉੱਪਰ ਤੁਹਾਡੀ ਕਿਰਪਾ ਹੋਵੇ ਨਾ, ਇਹ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ, ਉਹੀ ਇਸ ਰਚਨਾ ਨੂੰ, ਸੰਸਾਰ ਨੂੰ ਸਮਝ ਕੇ ਸ਼ਾਂਤ ਹੋ ਕਰਕੇ ਮਾਲਕ ਦੇ ਚਰਨਾਂ ਦੇ ਨਾਲ ਜੁੜ ਸਕਦਾ ਹੈ। ਔਰ ਸਾਰੀ ਜਿਹੜੀ ਸਭਾ ਹੈ, ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਵੱਡੀ ਗਿਣਤੀ ਦੀ ਜਿਹੜੀ ਸੰਗਤ ਬੈਠੀ ਹੋਈ ਹੈ, ਬਾਬਾ ਗੁਰਦਿੱਤਾ ਜੀ ਦੇ ਅੰਤ ਵੇਲੇ ਅਕਾਲ ਚਲਾਣੇ ਤੇ ਕਹਿਣ ਲੱਗੇ ਸੁਣਤ ਸਭਾ ਆਸੂ ਗੇਰਤ। ਸਾਰੀ ਜਿਹੜੀ ਸਭਾ ਹੈ ਉਹਨਾਂ ਦਾ ਹਿਰਦਾ ਜਿਹੜਾ ਵਹਿ ਤੁਰਿਆ ਹੈ, ਨੇਤਰਾਂ ਦੇ ਵਿੱਚੋਂ ਜਲ ਜਿਹੜਾ ਉਹ ਡਿੱਗ ਰਿਹਾ ਹੈ, ਵਹਿ ਰਿਹਾ ਹੈ। ਸਾਰਿਆਂ ਦੇ ਅੰਦਰ ਭਾਰੀ ਬੈਰਾਗ ਹੈ। ਔਰ ਬਾਬਾ ਗੁਰਦਿੱਤਾ ਜੀ ਨੂੰ ਵਾਰ-ਵਾਰ ਯਾਦ ਕਰਦੇ ਹਨ। ਬਾਬਾ ਗੁਰਦਿੱਤਾ ਜੀ ਦਾ ਜਿਹੜਾ ਸੁਭਾਅ ਹੈ ਬੜਾ ਮਿੱਠਾ ਤੇ ਸੀਤਲ ਸੁਭਾਅ, ਠੰਡਾ ਠਾਰ ਹੈ। ਬੇਅੰਤ ਸੰਗਤਾਂ ਨੂੰ ਮਿਲਦੇ ਹਨ, ਬਹੁਤ ਵੱਡਾ ਸਤਿਕਾਰ ਕਰਦੇ ਹਨ। ਔਰ ਵੱਡੇ ਸੁਪੁੱਤਰ ਹੋਣ ਕਰਕੇ ਬਹੁਤ ਵੱਡਾ ਸਨਮਾਨ ਉਹਨਾਂ ਨੂੰ ਸੰਗਤ ਦੇ ਕੋਲੋਂ ਪਿਆਰ ਮਿਲਿਆ ਹੈ। ਅੱਜ ਅਕਾਲ ਚਲਾਣਾ ਕਰ ਗਏ ਤੇ ਕਹਿਣ ਲੱਗੇ ਕਿ ਫੇਰਾ ਗੁਰ ਸੁਤ ਸਿਮਰਤ ਧਰਨੀ ਹੇਰਤ। ਗੁਰੂ ਕੇ ਸੁਪੁੱਤਰ ਨੂੰ ਯਾਦ ਕਰ ਕਰਕੇ ਨੇਤਰਾਂ ਦੇ ਵਿੱਚੋਂ ਪਾਣੀ ਵਹਿ ਰਿਹਾ ਹੈ। ਸਾਰੇ ਧਰਤੀ ਵਾਲੇ ਪਾਸੇ ਨੀਵੀਆਂ ਪਾ ਕਰਕੇ ਥੱਲੇ ਨੂੰ ਦੇਖ ਰਹੇ ਹਨ।
ਰਸਾਲਾ। ਅਚਾਨਕ ਬਾਬਾ ਗੁਰਦਿੱਤਾ ਜੀ ਦਾ ਜਾਣਾ ਸੁਣਿਆ ਹੈ। ਗੁਰੂ ਕੇ ਚਰਨਾਂ ਦੇ ਵਿੱਚ ਆਏ ਬੈਠੇ ਸਾਰੇ ਮਨ ਦੇ ਵਿੱਚ ਬਹੁਤ ਭਾਰੀ ਸ਼ੋਕ ਹੈ। ਰਹੇ ਮਾਨ ਕਰ ਕੇਤਕ ਕਾਲਾ। ਔਰ ਕੁਝ ਸਮੇਂ ਵਾਸਤੇ ਕੋਈ ਬੋਲਿਆ ਨਹੀਂ ਹੈ, ਸ਼ਾਂਤੀ ਹੋ ਗਈ ਹੈ, ਸਾਰੇ ਚੁੱਪ ਹੋ ਗਏ ਹਨ। ਮਨਾਂ ਦੇ ਵਿੱਚ ਬਾਬਾ ਗੁਰਦਿੱਤਾ ਜੀ ਦਾ ਧਿਆਨ ਧਾਰ ਕੇ ਬੈਠੇ ਹੋਏ ਹਨ। ਰਹੇ ਮੌਨ ਕਰ ਕੇਤਕ ਕਾਲਾ, ਲੰਮਾ ਸਮਾਂ ਸਾਰੀ ਸੰਗਤ ਸ਼ਾਂਤ ਹੋ ਕੇ ਬੈਠੀ ਹੈ। ਜੁਗ ਘਟਕਾ ਮੈਂ ਗੁਰੂ ਉਚਾਰਾ। ਤੇ 2 ਘੜੀਆਂ ਬਾਅਦ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਹੈ। ਆਪ ਵਿਸ਼ਰਾਮ ਰਹਿਓ ਸੁਖ ਧਾਰਾ। ਬੇਅੰਤ ਸੰਗਤ ਦੂਰ ਨੇੜੇ ਤੋਂ ਚੱਲ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠੀ ਹੈ। ਤੇ ਸਤਿਗੁਰਾਂ ਨੇ ਹੁਕਮ ਕੀਤਾ ਕਿ ਭਾਈ ਜਾਓ, ਲੰਮਾ ਸਫ਼ਰ ਤੈਅ ਕਰਕੇ ਆਇਓ, ਘੋੜਿਆਂ ਤੇ ਰਥਾਂ ਤੇ ਚੜ੍ਹ ਕੇ ਆਇਓ, ਕੁਝ ਸਮਾਂ ਸਾਰੀ ਸੰਗਤ ਵਿਸ਼ਰਾਮ ਕਰੋ। ਲੰਮੇ ਸਮੇਂ ਤੋਂ ਸਭਾ ਲਗਾ ਕਰਕੇ, ਦੀਵਾਨ ਲਗਾ ਕਰਕੇ ਪਾਤਸ਼ਾਹ ਜੀ ਬੈਠੇ ਹੋਏ ਸਨ। ਅਬ ਵਿਸ਼ਰਾਮ ਲਿਹੋ ਸੁਖ ਧਾਰਾ, ਭਾਈ ਹੁਣ ਕੁਝ ਸਮਾਂ ਤੁਸੀਂ ਆਰਾਮ ਕਰੋ ਜੀ। ਜਥਾ ਜੋਗ ਸੇਵਾ ਕੇ ਹੇਤ। ਔਰ ਕੁਝ ਗੁਰਮੁਖਾਂ ਦੀ ਸੇਵਾ ਲਈ ਗਈ ਹੈ। ਜਿਹੜੀ ਸੰਗਤ ਆ ਰਹੀ ਹੈ ਉਹਨਾਂ ਦੀ ਸੰਭਾਲ ਹਿਤ। ਕਹਿ ਗੁਰ ਕਰੇ ਮਸੰਦ ਸੁਚੇਤ। ਔਰ ਸਤਿਗੁਰਾਂ ਦਾ ਹੁਕਮ ਪ੍ਰਾਪਤ ਕਰਕੇ ਜਥੇਦਾਰ ਮਸੰਦ ਗੁਰੂ ਘਰ ਦੇ ਸੇਵਾਦਾਰ ਬੜੇ ਸੁਚੇਤ ਹੋਏ ਹਨ। ਤ੍ਰਿਣ ਦਾਨਾ ਹੈ ਹੇਤ ਨਿਹਾਰੀ। ਔਰ ਉਹਨਾਂ ਨੇ ਸਾਰਾ ਜਿਹੜੀ ਸੰਗਤ ਪਹੁੰਚੀ ਹੈ ਜਾਂ ਰਾਏ ਜੋਧ ਸੈਨਾ ਦੇ ਸਮੇਤ ਪਹੁੰਚਿਆ ਹੈ, ਭਾਈ ਭਾਨਾ ਜੀ ਬੇਅੰਤ ਗੁਰੂ ਕੇ ਸਿੱਖ ਹੋਰ ਪਹੁੰਚੇ ਹਨ। ਤੇ ਜਿਹੜੇ ਉਹਨਾਂ ਦੇ ਪਸ਼ੂ ਘੋੜੇ ਸਨ ਉਹਨਾਂ ਵਾਸਤੇ ਦਾਣਾ ਚਾਰੇ ਦਾ ਜਿਹੜਾ ਪ੍ਰਬੰਧ ਹੈ ਉਹ ਵੀ ਗੁਰੂ ਘਰ ਦੇ ਸੇਵਾਦਾਰਾਂ ਨੇ ਕੀਤਾ ਹੈ। ਸਾਰੇ ਹੋਏ ਨੀਲੀ ਸੁਧ ਸਾਰੀ। ਤੇ ਸਾਰਿਆਂ ਤੋਂ ਸੁੱਧ ਲਈ ਗਈ ਹੈ, ਸਾਰਿਆਂ ਦਾ ਹਾਲ ਔਰ ਉਹਨਾਂ ਨੂੰ ਜੋ ਚਾਹੀਦਾ ਹੈ ਲੋੜ ਮੁਤਾਬਕ ਦੇ ਰਹੇ ਹਨ। ਸਭ ਠੇਰੇ ਹਿਤ ਤੇਗ ਪਹੁੰਚਾਈ। ਤੇ ਸਾਰੇ ਜਿੱਥੇ ਵੱਖਰੇ ਵੱਖਰੇ ਡੇਰੇ ਲੱਗੇ ਹੋਏ ਹਨ, ਤੰਬੂ ਲੱਗੇ ਹੋਏ ਹਨ, ਜਿੱਥੇ ਜਿੱਥੇ ਸੰਗਤਾਂ ਨੇ ਉਤਾਰਾ ਕੀਤਾ ਹੈ ਉੱਥੇ ਉੱਥੇ ਪਹੁੰਚ ਕੇ ਤੇ ਸਾਰਾ ਲੰਗਰ ਰਸਤਾ ਗੁਰੂ ਕੇ ਸਿੱਖਾਂ ਨੇ ਪਹੁੰਚਾਈਆਂ ਹਨ। ਕੀਨੋ ਖਾਨ ਪਾਨ ਸਮੁਦਾਈ। ਗੁਰੂ ਕਾ ਲੰਗਰ ਤਿਆਰ ਹੋਇਆ, ਸਾਰਿਆਂ ਨੇ ਜਥਾ ਜੋਗ ਸਮਰੱਥਾ ਦੇ ਅਨੁਸਾਰ ਗੁਰੂ ਕਾ ਪ੍ਰਸ਼ਾਦਾ ਛਕਿਆ ਹੈ। ਪ੍ਰਿੰਦ ਮਸੰਦ ਹੁੰਦੇ ਜੇ ਦੇਸ਼। ਔਰ ਜਿੱਥੇ ਜਿੱਥੇ ਮਸੰਦ ਗੁਰੂ ਕੇ ਸੇਵਾਦਾਰ ਜਥੇਦਾਰ ਸੇਵਾ ਲੱਗੀ ਹੋਈ ਹੈ। ਨੇੜੇ ਸੰਗਤ ਆਏ ਅਸ਼ੇਸ਼। ਔਰ ਉਥੋਂ ਵੱਡੀ ਗਿਣਤੀ ਦੇ ਵਿੱਚ ਸੰਗਤ ਲੈ ਕਰਕੇ ਬੇਅੰਤ ਗੁਰੂ ਕੇ ਪਿਆਰੇ ਪ੍ਰਚਾਰਕ ਸਿੰਘ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਸੰਗਤਾਂ ਨੂੰ ਲੈ ਕਰਕੇ ਹਾਜ਼ਰ ਹੋ ਰਹੇ ਹਨ। ਸੰਗਤ ਵੱਡੀ ਗਿਣਤੀ ਦੇ ਵਿੱਚ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚ ਰਹੀ ਹੈ, ਹਾਜ਼ਰ ਹੋ ਰਹੀ ਹੈ। ਔਰ ਫਿਰ 2 ਹਫ਼ਤਿਆਂ ਬਾਅਦ ਬਾਬਾ ਗੁਰਦਿੱਤਾ ਜੀ ਦੀਆਂ ਜਿਹੜੀਆਂ ਅੰਤਮ ਜਿਹੜੀਆਂ ਰਸਮਾਂ ਉਹ ਜਿਸ ਤਰ੍ਹਾਂ ਨਿਭਾਈਆਂ ਗਈਆਂ, ਜੋ ਗੁਰਮਰਿਆਦਾ ਅਨੁਸਾਰ ਉਹ ਜਿਹੜਾ ਇਤਿਹਾਸ ਹੈ, ਬੇਅੰਤ ਸੰਗਤ ਇਕੱਤਰ ਹੋਈ ਹੈ। ਕੀ ਗੁਰੂ ਕੀ ਮਰਿਆਦਾ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਹ ਇਤਿਹਾਸ ਸਰਵਣ ਕਰਾਂਗੇ। ਆਪ ਸਮੂਹ ਸੰਗਤ ਦਾ ਸ਼ੁਕਰਾਨਾ ਧੰਨਵਾਦ ਭਾਵਨਾ ਸਹਿਤ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਆਪ ਸਮੂਹ ਸੰਗਤ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਜੀ ਮਿਹਰ ਕਰਨ, ਸਭਨਾਂ ਦੀ ਹਾਜ਼ਰੀ ਪ੍ਰਵਾਨ ਕਰਨ। ਆਓ ਸਰਬੱਤ ਦੇ ਭਲੇ ਵਾਸਤੇ, ਜਗਤ ਜਲੰਦੇ ਦੀ ਚੜ੍ਹਦੀ ਕਲਾ ਵਾਸਤੇ, ਤੰਦਰੁਸਤੀਆਂ ਵਾਸਤੇ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਆਪਾਂ ਕੁਝ ਕੁ ਸਮਾਂ ਸਾਰੀ ਸੰਗਤ ਸਿਮਰਨ ਦੇ ਵਿੱਚ ਹਾਜ਼ਰੀ ਭਰਦੇ ਹਾਂ। ਆਓ ਕੁਝ ਕੁ ਸਮਾਂ ਸਿਮਰਨ ਦੇ ਵਿੱਚ ਹਾਜ਼ਰੀ ਸਾਰੀ ਸੰਗਤ ਇੱਕ ਬਿਰਤੀ ਇੱਕ ਸੁਰ ਹੋ ਕਰਕੇ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਸਿਮਰਨ ਦੇ ਵਿੱਚ ਹਾਜ਼ਰੀ ਭਰੀਏ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।